ਸਾਹਿਬ ਜੀਓ। ਡੰਡਾਉਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਰਾਣਾ ਰਾਉ ਨ ਕੋ ਰਹੈ, ਰੰਗ ਨ ਤੁੰਗ ਫਕੀਰ। ਬਾਰੀ ਆਪੋ ਆਪਣੀ, ਕੋਈ ਨ ਬੰਧੈ ਧੀਰ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹੇ ਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਕਮ ਨਦੀ ਜਾਇ ਤਰਣੀ। ਸਜਣ ਸੱਚਾ ਪਾਤਸ਼ਾਹ, ਸਿਰ ਸਾਂਦੈ ਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾ। ਸਜਣਾ ਸੱਚਾ ਪਾਤਸ਼ਾਹ, ਸਿਰ ਸਾਂਦੈ ਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਹਸਕ੍ਰਿਤੀ ਮਹੱਲਾ ਪੰਜਵਾ। ਇਕ ਓੰਕਾਰ ਸਤਿਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਿਨਤਾ ਬਨੋਦ ਸੁਤ ਹੈ। ਕਤੰਚ ਭਰਾਤ ਮੀਤ ਹਿੰਤ ਬੰਧਪ, ਕਤੰਚ ਮੋਹ ਕੁਟੁੰਬ ਅਤੇ। ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਿਨਤਾ ਬਨੋਦ ਸੁਤ ਹੈ। ਕਤੰਚ ਭਰਾਤ ਮੀਤ ਹਿਤ ਬੰਧਪ, ਕਤੰਚ ਮੋਹ ਕੁਟੁੰਬ ਅਤੇ। ਕਤੰਚ ਚਪਲ ਮੋਹਣੀ ਰੂਪੰ, ਵੇਖੰਤੇ ਤਿਆਗੰ ਕਰੋਤ। ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਭਦਿਅੰ ਅਚੁੱਤ ਤਨ ਹੈ। ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਭਦਿਅੰ ਅਚੁੱਤ ਤਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ, ਆਪ ਸਿੱਖ ਸੰਗਤਾਂ, ਨਾਈ ਭਾਈ
ਮਾਤਾ ਗੁਰਦੇਵ ਕੌਰ ਉਹਨਾਂ ਦੀ ਅੰਤਮ ਅਰਦਾਸ ਵਿੱਚ ਸਮੁੱਚੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ। ਸਾਰੀਆਂ ਸੰਗਤਾਂ ਗੁਰਮੁਖ ਪਿਆਰੇ ਮਾਈ ਭਾਈ ਆਪੋ ਆਪਣੇ ਕੰਮ ਸੰਕੋਚ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਬਾਣੀ ਸੁਣੋ। ਸਤਿਗੁਰਾਂ ਦੀ ਬਾਣੀ ਦੇ ਵਿਚਾਰਾਂ ਦੇ ਲਾਹੇ ਲਓ। ਮਾਤਾ ਗੁਰਦੇਵ ਕੌਰ ਦੀ ਯਾਦ ਵਿੱਚ ਗੁਰਮੁਖ ਪਰਿਵਾਰ ਵੱਲੋਂ ਬਾਣੀ ਦੇ ਪਾਠ ਕਰਵਾਏ ਗਏ। ਅੱਜ ਅੰਤਮ ਅਰਦਾਸ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਾਠਾਂ ਦੇ ਭੋਗ ਉਪਰੰਤ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਉਪਰੰਤ ਸਮਾਪਤੀ ਤੇ ਹੋਣੀ ਹੈ। ਆਪ ਸਿੱਖ ਸੰਗਤਾਂ ਗੁਰਮੁਖ ਪਿਆਰੇ ਜਿਨ੍ਹਾਂ ਤੱਕ ਆਵਾਜ਼ ਜਾ ਰਹੀ ਹੈ, ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਤਿਗੁਰਾਂ ਦੀ ਬਾਣੀ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਸੁਣਨ ਵਾਸਤੇ ਮਾਈਆਂ ਵਾਲੇ ਪਾਸੇ ਮਾਈਆਂ, ਭਾਈਆਂ ਵਾਲੇ ਪਾਸੇ ਭਾਈ, ਸਿੱਖ ਸੰਗਤਾਂ ਬੜੇ ਪਿਆਰ ਨਾਲ ਹਾਜ਼ਰੀਆਂ ਭਰੋ। ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ, ਆਪਣੀ ਜ਼ਿੰਦਗੀ ਦਾ, ਆਪਣੇ ਸਵਾਸਾਂ ਦਾ ਲਾਹਾ ਲਓ। ਜਿੰਨਾ ਵੀ ਲਾਹਾ ਲੈਤਾ ਜਾਂਦਾ ਹੈ ਉਨਾ ਹੀ ਥੋੜਾ ਹੈ। ਇਸ ਕਰਕੇ ਆਪਾਂ ਮਾਤਾ ਗੁਰਦੇਵ ਕੌਰ ਦੀ ਅੰਤਮ ਅਰਦਾਸ ਵਿੱਚ ਪਹੁੰਚਣਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਮਨੁੱਖ ਦੇ ਜਾਣ ਬਾਬਤ ਸਤਿਗੁਰਾਂ ਦੀ ਬਾਣੀ ਉਪਦੇਸ਼ ਬਖਸ਼ਿਸ਼ ਕਰਦੀ ਹੈ। ਪਾਤਸ਼ਾਹ ਜੀ ਕਹਿੰਦੇ ਹਨ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ। ਰਾਣਾ ਰਾਵ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ, ਕੋਏ ਨਾ ਬੰਧੈ ਧੀਰ। ਨਾਂਗੇ ਆਵਣਾ ਨਾਂਗੇ ਜਾਣਾ, ਕੋਈ ਨਾ ਰਹਾ ਹੈ ਰਾਜਾ ਰਾਣਾ। ਪਾਤਸ਼ਾਹ ਜੀ ਕਹਿੰਦੇ ਹਨ, ਭਾਈ ਇਸ ਜੱਗ ਦੇ ਵਿੱਚ ਭਾਵੇਂ ਕੋਈ ਵੱਡਾ ਹੈ, ਭਾਵੇਂ ਕੋਈ ਛੋਟਾ ਹੈ, ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਗੁਨਾਹ ਕਰਕੇ ਚੰਗਾ ਹੈ, ਭਾਵੇਂ ਕੋਈ ਮਾੜਾ ਹੈ, ਜੋ ਵੀ ਇਸ ਜੱਗ ਦੇ ਵਿੱਚ ਪੈਦਾ ਹੁੰਦਾ ਹੈ, ਜੋ ਉਪਜਿਓ ਸੋ ਬਿਨਸ ਹੈ। ਪਾਤਸ਼ਾਹ ਜੀ ਕਹਿੰਦੇ ਹਨ, ਜਿਹੜਾ ਜੱਗ ਵਿੱਚ ਪੈਦਾ ਹੋਇਆ ਉਹ ਅੱਜ ਨਹੀਂ ਕੱਲ ਨਹੀਂ ਪਰਸੋਂ, ਉਹ ਬਿਨਸ ਹੈ, ਖਤਮ ਹੋਣਾ ਉਹਨੇ। ਆਪਣੇ ਸਵਾਸ, ਆਪਣਾ ਸਰੀਰ ਇੱਕ ਨਾ ਇੱਕ ਦਿਨ ਛੱਡ ਕੇ ਜਾਣਾ ਹੈ। ਧਿਆਨ ਦੇਣ ਦੇ ਬਚਨ ਹਨ। ਮੌਤ ਵਿਦਵਾਨਾਂ ਨੇ ਕਈ ਪ੍ਰਕਾਰ ਦੀ ਦੱਸਣਾ ਕੀਤੀ ਹੈ। ਇੱਕ ਮੌਤ ਹੈ ਸਰੀਰਕ, ਇੱਕ ਮੌਤ ਹੈ ਆਰਥਿਕ,
ਇੱਕ ਮੌਤ ਹੈ ਪਰਮਾਰਥਕ ਮਾਨਸਿਕ ਅਵਸਥਾ। ਕਈ ਤਰ੍ਹਾਂ ਦੀ ਮੌਤ ਸਤਿਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਬੰਦੇ ਨੂੰ ਗਿਆਨ ਕਰਵਾਉਣ ਵਾਸਤੇ ਬਖਸ਼ਿਸ਼ ਕਰਦੇ ਹਨ। ਜਦੋਂ ਕੋਈ ਆਰਥਿਕ ਮੌਤ ਮਰ ਜਾਏ, ਕਹਿੰਦੇ ਹਨ ਜਿਨ੍ਹਾਂ ਦੇ ਘਰ ਵਿੱਚ ਖਾਣ ਨੂੰ ਲੰਗਰ ਨਹੀਂ, ਪਹਿਨਣ ਨੂੰ ਕੱਪੜੇ ਨਹੀਂ ਔਰ ਬਰਤਨ ਵਾਸਤੇ ਮਾਇਆ ਨਹੀਂ, ਉਹਨਾਂ ਦੀ ਜੱਗ ਵਿੱਚ ਆਰਥਿਕ ਮੌਤ ਹੁੰਦੀ ਹੈ। ਸਰੀਰ ਕਰਕੇ ਜਿਉਂਦੇ ਹੁੰਦੇ ਆ, ਅਰਥ ਕਰਕੇ, ਕੰਮਾਂ ਕਰਕੇ ਔਰ ਸਵਾਰਥ ਕਰਕੇ ਉਹਨਾਂ ਦੀ ਕਿਤੇ ਨਾ ਕਿਤੇ ਮੌਤ ਹੁੰਦੀ ਹੈ। ਇੱਕ ਹੈ ਮਰਨਾ ਸਰੀਰਕ, ਧਿਆਨ ਰੱਖਣ ਦੇ ਬਚਨ ਹਨ। ਜਦੋਂ ਕੋਈ ਸਰੀਰ ਪੈਦਾ ਹੁੰਦਾ ਹੈ, ਸਰੀਰ ਦਾ ਵੀ ਮਰਨਾ ਬੜਾ ਦੁਰਲੱਭ ਹੈ। ਤੁਸੀਂ ਸੋਚਣਾ, ਕਦੇ ਸਮਝਣਾ। ਪਾਤਸ਼ਾਹ ਜੀ ਬਾਣੀ ਵਿੱਚ ਇੱਕ ਸ਼ਬਦ ਲਿਖਦੇ ਹਨ, ਜਿਨ ਰਚ ਰਚਿਆ ਪੁਰਖ ਵਿਧਾਤਾ, ਨਾਲੇ ਹਉ ਮੈਂ ਪਾਈ, ਜਨਮ ਮਰਨ ਉਸ ਹੀ ਕੋ ਹੈ ਰੇ, ਓਹਾ ਆਵੈ ਜਾਈ। ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਹੈ, ਧਿਆਨ ਦੇਣ ਦੇ ਬਚਨ ਹਨ ਬੜੇ ਪਿਆਰੇ। ਸਤਿਗੁਰਾਂ ਦੀ ਬਾਣੀ ਦੇ ਸਮਝਣ ਵਾਸਤੇ ਦਾਸ ਕਥਾ ਦੀ ਪ੍ਰਾਰੰਭਤਾ ਵਿੱਚ ਇੱਕ ਬੇਨਤੀ ਕਰਦਾ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਦੋ ਤਰ੍ਹਾਂ ਦੀ ਹਾਜ਼ਰੀ ਹੈ, ਇੱਕ ਤਨ ਕਰਕੇ, ਇੱਕ ਮਨ ਕਰਕੇ। ਤਨ ਕਰਕੇ ਹਾਜ਼ਰ ਹੋਣਾ, ਇਹ ਤਨ ਪਵਿੱਤਰ ਹੁੰਦਾ ਹੈ। ਤਨ ਦੀ ਹਾਜ਼ਰੀ ਲੱਗ ਜਾਂਦੀ ਹੈ, ਤਨ ਪਵਿੱਤਰ ਹੋ ਜਾਂਦਾ ਹੈ। ਪਰ ਜਦੋਂ ਕੋਈ ਤਨ ਕਰਕੇ, ਮਨ ਕਰਕੇ, ਦੋਨੇ ਅਵਸਥਾ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਜਾਂਦਾ ਹੈ, ਤਾਂ ਮਹਾਰਾਜ 'ਚ ਪਾਤਸ਼ਾਹ ਜੀ ਕਹਿੰਦੇ ਹਨ, ਐਸੇ ਗੁਰਮੁਖਾਂ ਦੇ, ਐਸੀਆਂ ਰੂਹਾਂ ਦੇ ਵੱਡੇ ਭਾਗ ਹੁੰਦੇ ਆ। ਕਿਉਂਕਿ ਧਿਆਨ ਦੇਣ ਦੇ ਬਚਨ ਹਨ, ਤਨ ਕਰਕੇ ਤੁਸੀਂ ਬਹੁਤ ਹਾਜ਼ਰ ਹੋਵੋਗੇ, ਪਰ ਮਨ ਕਰਕੇ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਹਾਜ਼ਰ ਹੋਣਗੇ। ਪਰ ਇੱਕ ਗੱਲ ਧਿਆਨ ਵਿੱਚ ਹੋਰ ਵੀ ਦੇਣ ਵਾਲੀ ਹੈ, ਜਿਹੜੇ ਤਨ ਕਰਕੇ ਬਹੁਤ ਬੰਦੇ ਐਸੇ ਹੋਣਗੇ ਜਿਹੜੇ ਗੁਰੂ ਘਰ ਵਿੱਚ ਨਹੀਂ ਆਉਣਗੇ, ਪਰ ਪਿੰਡ ਵਿੱਚ ਸਪੀਕਰਾਂ ਰਾਹੀਂ ਆਵਾਜ਼ ਸੁਣਨਗੇ। ਜਦੋਂ ਉਹ ਸਪੀਕਰਾਂ ਰਾਹੀਂ ਮਨ ਕਰਕੇ ਆਵਾਜ਼ ਸੁਣਦੇ ਐ, ਸਤਿਗੁਰਾਂ ਦੀ ਬਾਣੀ ਸੁਣਦੇ ਐ, ਕਈਆਂ ਦੀ ਮਨ ਕਰਕੇ ਹਾਜ਼ਰੀ ਲੱਗ ਜਾਂਦੀ ਹੈ, ਪਰ ਤਨ ਕਰਕੇ ਹਾਜ਼ਰੀ ਨਹੀਂ ਲੱਗਦੀ। ਕਈਆਂ ਦੀ ਮਨ ਕਰਕੇ ਹਾਜ਼ਰੀ ਲੱਗਦੀ ਹੈ, ਤਨ ਕਰਕੇ ਉਹ ਗੈਰ ਹਾਜ਼ਰ ਹੁੰਦੇ ਆ। ਕਈਆਂ ਦੀ ਤਨ ਕਰਕੇ ਹਾਜ਼ਰੀ ਲੱਗ ਜਾਂਦੀ ਹੈ, ਮਨ ਕਰਕੇ ਗੈਰ ਹਾਜ਼ਰ ਹੁੰਦੇ ਆ। ਪਰ ਆਪ ਸੰਗਤਾਂ ਜਿਹੜੀਆਂ ਇੱਥੇ ਹਾਜ਼ਰ ਹਨ ਤਨ ਕਰਕੇ, ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਵਿੱਚ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਹਾਨੂੰ ਕਿਸੇ ਮਾਤਾ ਦੇ ਭੋਗ ਦੇ ਜ਼ਰੀਏ ਇੱਥੇ ਹਾਜ਼ਰੀ ਭਰਨ ਦਾ ਇੱਕ ਸੁਭਾਗ ਸਮਾਂ ਮਿਲਿਆ। ਬੇਨਤੀ ਹੈ ਕਿ ਜਿੱਥੇ ਤੁਸੀਂ ਤਨ ਕਰਕੇ ਹਾਜ਼ਰੀ ਭਰਦੇ ਹੋ ਦਰਬਾਰ ਵਿੱਚ, ਲੰਗਰ ਵਿੱਚ, ਉੱਥੇ ਮਨ ਕਰਕੇ ਗੈਰ ਹਾਜ਼ਰ ਨਾ ਹੋਇਓ। ਤੁਸੀਂ ਆਨੰਦ ਦੇਖਿਓ ਆਉਂਦਾ ਬਾਣੀ ਦਾ, ਨਾਮ ਦਾ, ਸਿਮਰਨ ਦਾ,
ਪਾਤਸ਼ਾਹ ਜੀ ਬਾਣੀ ਵਿੱਚ ਸ਼ਬਦ ਲਿਖਦੇ ਹਨ, ਸਮਝਾਉਂਦੇ ਐ ਮਹਾਰਾਜ, ਹਾਥ ਪਾਓ ਕਰ ਕਾਮ ਸਭ, ਚੀਤਨ ਰੰਜਨ ਨਾਲ। ਪਾਤਸ਼ਾਹ ਜੀ ਕਹਿੰਦੇ ਹਨ ਬਾਣੀ ਦੇ ਸ਼ਬਦ ਵਿੱਚ ਕਿ ਭਾਈ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਕੰਮ ਕਰੋ, ਪਰ ਚਿੱਤ ਮਾਲਕ ਦੇ ਨਾਲ, ਵਾਹਿਗੁਰੂ ਦੇ ਨਾਲ ਜੋੜ ਕੇ ਰੱਖੋ। ਸੋ ਪਿਆਰਿਓ, ਇਸ ਕਰਕੇ ਦਾਸ ਬੇਨਤੀ ਕਰਦਾ ਹੈ ਕਿ ਜਦੋਂ ਤੁਸੀਂ ਤਨ ਕਰਕੇ ਹਾਜ਼ਰ ਹੋ, ਮਨ ਕਰਕੇ ਹਾਜ਼ਰੀ ਭਰੋਗੇ, ਤਾਂ ਗੁਰਬਾਣੀ ਸੁਣਨ ਦਾ ਇੱਦਾਂ ਮੰਨ ਲਓ ਵੀ 100 ਦਾ 100% ਸਾਨੂੰ ਲਾਹਾ ਮਿਲੇਗਾ। ਇਹਦੇ ਵਿੱਚ ਹੋਵੇਗਾ ਕਿ ਸਾਡੇ ਵਿੱਚੋਂ ਜਾਣ ਵਾਲੀ ਆਤਮਾ ਮਾਤਾ ਗੁਰਦੇਵ ਕੌਰ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਤੇ ਸਾਡੇ ਜ਼ਿੰਦਗੀ ਦੇ ਸਵਾਸ ਸਫਲੇ ਹੋਣਗੇ। ਪਿਆਰਿਓ, ਧਿਆਨ ਰੱਖਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਚ ਪਾਤਸ਼ਾਹ ਜੀ ਦੀ ਉਦਾਹਰਨ ਦੇ ਦੇਵਾਂ। ਸਿੱਖ ਸਨ, ਪਾਤਸ਼ਾਹ ਜੀ ਦੇ ਦਰਬਾਰ ਵਿੱਚ, ਸਤਿਗੁਰਾਂ ਦੇ ਹਜ਼ੂਰੀ ਵਿੱਚ ਪਹਿਰਾ ਲੱਗਦਾ। ਰਾਤ ਨੂੰ ਕਿਤੇ ਮੁਜਰੇ ਹੋ ਰਹੇ ਸਨ, ਕੁਝ ਕੁ ਸਿੱਖ ਬਾਗੇ ਦੇਖਣ। ਉਹਨਾਂ ਦੇ ਮਨ ਵਿੱਚ ਡਰ ਰਿਹਾ ਕਿ ਮਹਾਰਾਜ ਚ ਪਾਤਸ਼ਾਹ ਜੀ ਤੋਂ ਬਿਨਾਂ ਪੁੱਛੇ ਆਏ ਆ, ਸਵੇਰੇ ਪਤਾ ਨਹੀਂ ਕੀ ਕਹਿਣਗੇ। ਦੋ ਕੁ ਸਿੱਖ ਇਦਾਂ ਦੇ ਵੀ ਸਨ ਕਿ ਜਿਹੜੇ ਨਹੀਂ ਗਏ, ਉਹ ਖੜੀ ਰਹੇ, ਪਰ ਉਹਨਾਂ ਦਾ ਮਨ ਉੱਥੇ ਰਿਹਾ ਵੀ ਉਹ ਤਾਂ ਦੇਖਿਆ ਆਉਣਗੇ ਮੁਜਰੇ, ਅਸੀਂ ਰਹਿ ਗਏ। ਜਦੋਂ ਸਵੇਰੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ, ਪਾਤਸ਼ਾਹ ਕਹਿੰਦੇ ਭਾਈ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਪਾਤਸ਼ਾਹ ਜੀ ਕਹਿੰਦੇ ਭਾਈ ਪਹਿਰੇ ਤੇ ਕੌਣ ਸੀ? ਰਾਤ ਪਹਿਰਾ ਕੌਣ ਦਿੰਦੇ ਸਨ? ਜਿਹੜੇ ਗੈਰ ਹਾਜ਼ਰ ਸੀ ਵਿਚਾਰੇ ਉਹ ਚੁੱਪ ਜੇ ਕਰਕੇ ਖੜ ਗਏ। ਜਿਹੜੇ ਹਾਜ਼ਰ ਸਨ ਉਹਨਾਂ ਨੇ ਛਾਤੀ ਤਾਣ ਕੇ ਕਿਹਾ ਮਹਾਰਾਜ ਅਸੀਂ ਹਾਜ਼ਰ ਸੀ। ਪਾਤਸ਼ਾਹ ਕਹਿੰਦੇ ਭਾਈ ਨਹੀਂ, ਤੁਸੀਂ ਗੈਰ ਹਾਜ਼ਰ ਸੀ। ਨਹੀਂ ਮਹਾਰਾਜ ਅਸੀਂ ਹਾਜ਼ਰ ਸੀ। ਪਾਤਸ਼ਾਹ ਕਹਿੰਦੇ ਨਹੀਂ, ਤੁਸੀਂ ਗੈਰ ਹਾਜ਼ਰ ਸੀ। ਮਹਾਰਾਜ ਚ ਪਾਤਸ਼ਾਹ ਨੂੰ ਪੁੱਛਣ ਲੱਗੇ ਸਿੱਖ, ਕਹਿੰਦੇ ਮਹਾਰਾਜ ਕੀ ਗੱਲ ਹੈ ਦੱਸੋ। ਪਾਤਸ਼ਾਹ ਕਹਿੰਦੇ ਭਾਈ ਤੁਸੀਂ ਮਨ ਕਰਕੇ ਉੱਥੇ ਸੀ, ਕਿੱਥੇ? ਜਿੱਥੇ ਮੁਜਰੇ ਹੋ ਰਹੇ ਸਨ। ਜਿੱਥੇ ਸਿੱਖ ਗਏ ਹੋਏ ਸਨ ਉਹ ਮਨ ਕਰਕੇ ਇੱਥੇ ਹਾਜ਼ਰ ਸੀ ਸਾਡੇ ਚਰਨਾਂ ਵਿੱਚ। ਕਹਿਣ ਤੋਂ ਭਾਵ ਹੈ ਜਦੋਂ ਅਸੀਂ ਤਨ ਕਰਕੇ, ਮਨ ਕਰਕੇ, ਧਨ ਕਰਕੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਪਾਤਸ਼ਾਹ ਜੀ ਕਹਿੰਦੇ ਤੂੰ ਤਨ ਮਨ ਅਤੇ ਧਨ ਤਿੰਨੇ ਚੀਜ਼ਾਂ ਗੁਰੂ ਨੂੰ ਸੌਂਪ ਦੇ, ਹੁਕਮ ਮੰਨ ਲੈ। ਜਦੋਂ ਹੁਕਮ ਮੰਨੇਗਾ ਨਾ ਫਿਰ ਤੈਨੂੰ ਪਾਈਐ, ਮਾਲਕ ਦੀ, ਸਤਿਗੁਰਾਂ ਦੀ ਪ੍ਰਾਪਤੀ ਹੋ ਜਾਣੀ ਹੈ। ਬਹੁਤ ਵੱਡਾ ਭਾਵ ਹੈ ਪਿਆਰਿਓ। ਇਸ ਕਰਕੇ ਆਪ ਸਿੱਖ ਸੰਗਤਾਂ ਤਨ ਕਰਕੇ ਵੀ ਮਨ ਕਰਕੇ ਵੀ ਹਾਜ਼ਰ ਰਹਿਓ। ਸਾਡੇ ਤੇ ਸਤਿਗੁਰਾਂ ਦੀ ਕਿਰਪਾ ਹੋਵੇਗੀ, ਸਾਡਾ ਇੱਕ ਇੱਕ ਸਵਾਸ ਸਫਲ ਹੋਵੇਗਾ ਤੇ ਜਾਣ ਵਾਲੀ ਆਤਮਾ ਨੂੰ ਸ਼ਾਂਤੀ ਮਿਲੇਗੀ। ਸ਼ਾਂਤੀ। ਪਾਤਸ਼ਾਹ ਜੀ ਦੀ ਬਾਣੀ ਦੀ ਆਪਾਂ ਵਿਚਾਰ ਚਲਾਈ ਹੈ। ਜਿਨ ਰਚ ਰਚਿਆ ਪੁਰਖ ਵਧਾਤਾ, ਨਾਲੇ ਹਉਮੈ ਪਾਈ, ਜਨਮ ਮਰਨ ਉਸਹੀ ਕਉ ਹੈ ਰੇ, ਓਹਾ ਆਵੈ ਜਾਈ। ਪਾਤਸ਼ਾਹ ਜੀ ਕਹਿੰਦੇ ਹਨ ਭਾਈ ਜਿਨ ਰਚਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੇ ਸਾਡਾ ਸਰੀਰ ਰਚਨਾ ਕੀਤਾ, ਮਾਂ ਦੀ ਪੇਟ ਵਿੱਚ। ਜਿਨ ਰਚ ਰਚਿਆ ਪੁਰਖ ਵਧਾਤਾ,
ਨਾਲੇ ਹਉਮੈ ਪਾਈ। ਪਾਤਸ਼ਾਹ ਜੀ ਕਹਿੰਦੇ ਰਚਣ ਵੇਲੇ ਨਾ ਮਾਲਕ ਨੇ ਸਾਡਾ ਧਿਆਨ ਦੇਣ ਦੇ ਬਚਨ ਹਨ ਪਿਆਰਿਓ। ਸਾਡਾ ਸਰੀਰ, ਸਾਡੀ ਬਾਡੀ 7 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦੀ ਹੈ। 6 ਮਹੀਨਿਆਂ ਦੇ ਵਿੱਚ ਗੰਢੇਂਦਿਆਂ 6 ਮਾਹ। ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਹਨ ਕਿ 6 ਮਹੀਨਿਆਂ ਦੇ ਵਿੱਚ ਸਾਡਾ ਸਰੀਰ ਮਾਤਾ ਦੇ ਪੇਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ। ਫਿਰ 7ਵੇਂ ਮਹੀਨੇ ਦੇ ਵਿੱਚ ਕੀ ਹੁੰਦਾ ਪਿਆਰਿਓ? ਪਾਤਸ਼ਾਹ ਜੀ ਕਹਿੰਦੇ ਮਾਲਕ ਵਾਹਿਗੁਰੂ ਆਪਣੀ ਆਤਮਾ ਪਾਉਂਦਾ ਹੈ, ਅੰਸ਼। ਬਾਣੀ ਵਿੱਚ ਪਤਾ ਕੀ ਕਿਹਾ? ਬਾਣੀ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ, ਕਹੋ ਕਬੀਰ ਇਹ RAM ਕੀ ਅੰਸ਼। ਇਹਨੂੰ ਚੇਤਨ ਸਤਾ ਕਹਿ ਲੋ, ਅੰਸ਼ ਕਹਿ ਲੋ, ਆਤਮਾ ਕਹਿ ਲੋ, ਇੱਕੋ ਹੀ ਗੱਲ ਹੈ। ਆਪਣੀ ਚੇਤਨ ਸਤਾ, ਆਪਣੀ ਆਤਮਾ, ਆਪਣੀ ਅੰਸ਼ ਪਰਮਾਤਮਾ ਸਾਡੇ ਵਿੱਚ ਪਾਉਂਦਾ ਹੈ। ਕਦੋਂ? ਜਦੋਂ ਸਾਡਾ ਸਰੀਰ ਬਣ ਕੇ ਤਿਆਰ ਹੋ ਜਾਂਦਾ ਹੈ 6 ਮਹੀਨਿਆਂ ਵਿੱਚ। ਸਾਧ ਸੰਗਤ ਧਿਆਨ ਦੇਣਾ। ਕਿਸੇ ਬੰਦੇ ਨੇ ਸਵਾਲ ਵੀ ਕੀਤਾ ਸੀ, ਕਿਸੇ ਸਿੰਘ ਨੇ ਨੈਟ ਤੇ, ਉੱਥੇ ਗੱਲ ਚੱਲੀ ਸੀ ਕਿ ਪ੍ਰਮਾਤਮਾ ਬੰਦੇ ਦੀ ਬਾਡੀ ਵਿੱਚ, ਸਰੀਰ ਵਿੱਚ ਆਤਮਾ ਕਦੋਂ ਪਾਉਂਦਾ ਹੈ? ਅਸੀਂ ਸੁੱਤੇ ਸਿੱਧ ਕਹਿਤਾ ਵੀ 7ਵੇਂ ਮਹੀਨੇ ਵਿੱਚ। ਉਹਦਾ ਕਹਿਣਾ ਸੀ, ਕਹਿੰਦਾ ਹਾਥੀ ਵਿੱਚ ਕਦੋਂ ਪਾਉਂਦਾ ਹੈ, ਕੀੜੀ ਵਿੱਚ ਕਦੋਂ ਪਾਉਂਦਾ ਹੈ? ਕਿਉਂਕਿ ਜਦੋਂ ਸਵਾਲ ਹੋ ਜੇ ਨਾ, ਉਦੋਂ ਗੱਲ ਦੀ ਘੋਖ ਹੁੰਦੀ ਹੈ, ਵਿਚਾਰ ਹੁੰਦੀ ਹੈ ਪਿਆਰੇ। ਜਦੋਂ ਇਹ ਸਵਾਲ ਖੜਾ ਹੋਇਆ ਵੀ ਕਦੋਂ ਪਾਉਂਦਾ ਹੈ, ਮੈਂ ਕਿਹਾ 7ਵੇਂ ਮਹੀਨੇ ਵਿੱਚ ਪਾਉਂਦਾ ਹੈ ਜੀ। ਉਹ ਕਹਿੰਦੇ ਕੋਈ ਗੁਰਬਾਣੀ ਵਿੱਚੋਂ ਪ੍ਰਮਾਣ? ਮਹਾਬਾਣੀ ਕਹਿੰਦੀ ਹੈ, ਜਿਨ ਰਚ ਰਚਿਆ ਪੁਰਖ ਵਿਧਾਤਾ, ਨਾਲੇ ਹਉਮੈ ਪਾਈ, ਜਨਮ ਮਰਨ ਉਸ ਹੀ ਕਉ ਹੈ ਰੇ, ਓਹਾ ਆਵੈ ਜਾਈ। ਇੱਕ ਪ੍ਰਮਾਣ। ਦੂਜਾ ਪ੍ਰਮਾਣ ਕੀ? ਗੰਢੇਂਦਿਆਂ 6 ਮਾਹ, ਟੁੱਟੇਂਦਿਆਂ 1 ਖਿਨੋ। ਪਾਤਸ਼ਾਹ ਜੀ ਕਹਿੰਦੇ ਤੇਰਾ ਸਰੀਰ ਮਾਂ ਦੇ ਪੇਟ ਵਿੱਚ 6 ਮਾਹ, 6 ਮਹੀਨਿਆਂ ਦੇ ਵਿੱਚ ਗੰਢਣਾ ਕੀਤਾ। ਜਿਵੇਂ ਆਪਾਂ ਜੋੜਾ ਗੰਢਦੇ ਹਾਂ, ਇਦਾਂ 6 ਮਹੀਨਿਆਂ ਦੇ ਵਿੱਚ ਪਰਮਾਤਮਾ ਨੇ ਸਾਡਾ ਸਰੀਰ ਗੰਢਿਆ, ਬਣਾਇਆ, ਤਿਆਰ ਕੀਤਾ ਪਿਆਰੇ। ਪਰ 6 ਮਹੀਨਿਆਂ ਦੇ ਵਿੱਚ ਜਿਹੜਾ ਸਰੀਰ ਬਣਾਇਆ, ਉਹਨੂੰ ਨਾਸ ਹੋਣ ਤੇ ਕਿੰਨਾ ਟਾਈਮ ਲੱਗਿਆ, ਖਤਮ ਹੋਣ ਤੇ ਕਿੰਨਾ ਸਮਾਂ ਲੱਗਿਆ? ਪਾਤਸ਼ਾਹ ਜੀ ਕਹਿੰਦੇ ਇੱਕ ਖਿਨੋ, ਇੱਕ ਅੱਖ ਦੇ ਝਮਕੇ ਵਿੱਚ ਸਰੀਰ ਟੁੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇੱਕ ਅੱਖ ਦੇ ਝਮਕੇ ਵਿੱਚ ਪਿਆਰੇ। ਧਿਆਨ ਦੇਣ ਦੇ ਬਚਨ ਹਨ। ਮਾਲਕ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਦਾਸ ਨੇ ਸ਼ਬਦ ਪੜ੍ਹ ਕੇ ਸੁਣਾਇਆ, ਭਾਈ 6 ਮਹੀਨਿਆਂ ਦੇ ਵਿੱਚ ਪ੍ਰਮਾਤਮਾ ਮਾਂ ਦੇ ਪੇਟ ਵਿੱਚ ਸਰੀਰ ਬਣਾ ਕੇ ਤਿਆਰ ਕਰਦਾ ਹੈ। ਤੇ ਧਿਆਨ ਰੱਖਣਾ, ਜਦੋਂ ਕੋਈ ਚੀਜ਼ ਤਿਆਰ ਹੋ ਜਾਵੇ ਬਣ ਕੇ, ਬਾਅਦ ਦੇ ਵਿੱਚ ਉਹਦੇ ਵਿੱਚ ਵਸਤੂ ਪੈਂਦੀ ਹੈ। ਜਿਵੇਂ ਘੜਾ ਬਣਾਇਆ, ਘੜੇ ਵਿੱਚ ਪਾਣੀ ਕਦੋਂ ਪਾਵਾਂਗੇ? ਜਦੋਂ ਬਣ ਕੇ ਤਿਆਰ ਹੋ ਗਿਆ। ਲੋਹੇ ਦਾ ਕੋਈ ਭਾਂਡਾ ਬਣਾਇਆ, ਉਹਦੇ ਵਿੱਚ ਵਸਤੂ ਕਦੋਂ ਪਾਵਾਂਗੇ? ਜਦੋਂ ਬਣ ਕੇ ਤਿਆਰ ਹੋ ਗਿਆ ਭਾਂਡਾ। ਭਾਵ ਹੈ ਜਦੋਂ ਕਿਸੇ ਵੀ ਜੂਨ ਦਾ, ਭਾਵੇਂ ਉਹ ਹਾਥੀ ਹੈ, ਭਾਵੇਂ ਕੀੜੀ ਹੈ, ਭਾਵੇਂ ਬੰਦਾ ਹੈ, ਭਾਵੇਂ ਪਸ਼ੂ ਹੈ, ਪੰਛੀ ਹੈ, ਜਦੋਂ ਉਹਦਾ ਭਾਂਡਾ ਤਿਆਰ ਹੋ ਜਾਂਦਾ ਬਣ ਕੇ, ਉਦੋਂ ਮਾਲਕ ਆਪਣੀ ਜੋਤ ਪਾਉਂਦਾ ਹੈ।
ਬਸ ਇੰਨਾ ਕੁ ਗੱਲ ਸਮਝ ਲਓ, ਸਤਿਗੁਰਾਂ ਦੀ ਬਾਣੀ ਇੱਥੇ ਕਹਿੰਦੀ ਹੈ ਮਨੁੱਖ ਦਾ ਸਰੀਰ 6 ਮਹੀਨਿਆਂ ਵਿੱਚ ਬਣ ਕੇ ਤਿਆਰ ਹੁੰਦਾ ਹੈ ਤੇ 7ਵੇਂ ਮਹੀਨੇ ਵਿੱਚ ਆਪਣੀ ਮਾਲਕ ਜੋਤ ਪਾਉਂਦਾ ਹੈ ਤੇ ਫਿਰ ਉਹ ਜਨਮ ਲੈਂਦਾ ਹੈ, ਸਰੀਰ ਜੱਗ ਵਿੱਚ ਆਉਂਦਾ ਹੈ। ਤੇ ਪਿਆਰਿਓ ਧਿਆਨ ਰੱਖਣਾ, ਜਦੋਂ ਪਹਿਲਾ ਸਵਾਸ ਮਨੁੱਖ ਨੇ ਧਰਤੀ ਤੇ ਆ ਕੇ ਲੈਤਾ, ਉਦੋਂ ਬੰਦਾ ਪੂਰਾ ਸੀ, ਪੂਰਾ। ਉਦੋਂ ਬੰਦਾ ਕੀ ਸੀ ਭਾਈ? ਪੂਰਾ। ਪਰ ਜਦੋਂ ਪਹਿਲਾ ਸਵਾਸ ਤੋਂ ਦੂਜਾ ਸ਼ੁਰੂ ਕੀਤਾ, ਇੱਕ ਸਵਾਸ ਸਾਡਾ ਘਟ ਗਿਆ, ਤੀਜਾ ਸ਼ੁਰੂ ਕੀਤਾ ਦੂਜਾ ਘਟ ਗਿਆ, ਚੌਥਾ ਸ਼ੁਰੂ ਕੀਤਾ ਤੀਜਾ ਘਟ ਗਿਆ। ਇਦਾਂ ਕਹਿਣ ਤੋਂ ਭਾਵ ਹੈ ਸਾਡੇ ਸਵਾਸ ਘਟਦੇ ਜਾਂਦੇ ਹਨ। ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਸਾਡੇ ਸਵਾਸ ਕਿਵੇਂ ਘਟਦੇ ਹੈ? ਜਿਵੇਂ ਫੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਘਟਦਾ, ਜਿਉਂ ਫੂਟਾ ਘਟ ਪਾਣੀ। ਜਿਵੇਂ ਫੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਇੱਕ ਇੱਕ ਤੁਬਕਾ ਤੁਬਕਾ ਕਰਕੇ ਘਟ ਜਾਂਦਾ ਹੈ, ਇਸੇ ਤਰ੍ਹਾਂ ਬੰਦੇ ਮਾਲਕ ਨੇ, ਵਾਹਿਗੁਰੂ ਨੇ ਤੇਰੇ ਅੰਦਰ ਸਵਾਸਾਂ ਦਾ ਪਾਣੀ ਪਾ ਦਿੱਤਾ, ਘੜਾ ਬਣਾ ਕੇ। ਸਵਾਸਾਂ ਦਾ ਜਦੋਂ ਪਾਣੀ ਪਾ ਦਿੱਤਾ ਨਾ ਘੜਾ ਬਣਾ ਕੇ, ਫਿਰ ਉਹ ਸਵਾਸ ਅਤੇ ਸਰੀਰ ਲੈ ਕੇ ਬੰਦਾ ਪੈਦਾ ਹੋਇਆ। ਜਦੋਂ ਪੈਦਾ ਹੋਇਆ ਨਾ ਬੰਦਾ, ਬੱਚੀ ਬੱਚਾ, ਫਿਰ ਪਾਤਸ਼ਾਹ ਜੀ ਕਹਿੰਦੇ ਹਨ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਭੇਬ, ਚੌਥਾ ਪਿਆਰ ਆਪਣੀ ਖੇਡ, ਪੰਜਵੈ ਖਾਣ ਪੀਣ ਕੀ ਤਾਤ, ਛਿਵੈ ਕਾਮ ਨ ਪੁੱਛੈ ਜਾਤ, ਸਤਵੈ ਸੰਜ ਕੀਆ ਕਰਵਾਸ, ਅਠਵੈ ਕ੍ਰੋਧ ਹੋਆ ਤਨ ਨਾਸ, ਨਾਵੈ ਧੌਲੇ ਉੱਬੇ ਸਾਹ, ਗਏ ਸੇ ਗੀਤ ਪੁਕਾਰੀ ਤਾਹ, ਆਇਆ ਗਿਆ ਮੋਇਆ ਨਾਉ। ਸਾਰਾ ਸ਼ਬਦ ਪਿਆਰੇ, ਹੋਰ ਵੀ ਸ਼ਬਦ ਹੈ। ਕਹਿਣ ਤੋਂ ਭਾਵ ਹੈ ਫਿਰ ਬੰਦੇ ਦੀ ਜ਼ਿੰਦਗੀ ਸ਼ੁਰੂਆਤ ਹੁੰਦੀ ਹੈ ਜਨਮ ਤੋਂ ਲੈ ਕੇ। ਪਾਤਸ਼ਾਹ ਜੀ ਬੰਦੇ ਦੀ ਜ਼ਿੰਦਗੀ ਦੀ ਸ਼ੁਰੂਆਤ, ਪ੍ਰਾਰੰਭਤਾ ਦੱਸਦੇ ਨੇ ਬੰਦਾ ਵੱਧਦਾ ਕਿਵੇਂ ਹੈ, ਵੱਡਾ ਕਿਵੇਂ ਹੁੰਦਾ ਹੈ। ਪਾਤਸ਼ਾਹ ਕਹਿੰਦੇ ਜਦੋਂ ਬੰਦੇ ਨੇ ਪਹਿਲਾ ਸਵਾਸ ਧਰਤੀ ਤੇ ਆ ਕੇ ਲੈਤਾ, ਨਾਲ ਦੀ ਨਾਲ ਪਹਿਲਾ ਪਿਆਰ ਲੱਗਾ ਥਣ ਦੁੱਧ। ਮਾਤਾ ਦੇ ਦੁੱਧ ਨਾਲ ਪਿਆਰ ਪੈ ਗਿਆ ਬੱਚੇ ਦਾ। ਦੂਜਾ ਮਾਏ ਬਾਪ ਕੀ ਸੁਧ, ਮਾਤਾ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ, ਉਹਦੀ ਦੇਖਭਾਲ ਕਰਦੀ ਹੈ, ਮਾਤਾ ਨਾਲ ਪਿਤਾ ਨਾਲ ਪਿਆਰ ਪੈ ਗਿਆ। ਦੂਜਾ, ਦੂਜੀ ਸੁੱਧਤਾ ਆਉਂਦੀ ਹੈ, ਦੂਜੀ ਅਵਸਥਾ ਕਹਿ ਲਓ। ਤੀਜਾ ਭਈਆ ਭਾਬੀ ਬੇਵ, ਪਾਤਸ਼ਾਹ ਕਹਿੰਦੇ ਤੀਜਾ ਪਿਆਰ ਪੈ ਗਿਆ ਭਾਈ ਨਾਲ, ਭਰਜਾਈ ਨਾਲ, ਭਈਆ ਭਾਬੀ ਬੇਵ ਭੈਣ ਨਾਲ। ਥੋੜਾ ਜਿਹਾ ਵੱਡਾ ਹੋਇਆ ਬੰਦਾ, ਚੌਥਾ ਪਿਆਰ ਆਪਣੀ ਖੇਡ। ਚੌਥਾ ਭਾਵ ਹੈ ਕਿ ਜਦੋਂ ਥੋੜਾ ਜਿਹਾ ਵੱਡਾ ਹੋਰ ਹੋਇਆ, ਬੱਚੇ ਦਾ ਪਿਆਰ ਪੈ ਗਿਆ ਖੇਡਾਂ ਨਾਲ। ਮਾਤਾ ਪਿਤਾ ਖੇਡਾਂ ਲਿਆਈ ਜਾਂਦੇ ਆ, ਬੱਚਾ ਖੇਡ ਖੇਡ ਕੇ ਤੋੜੀ ਜਾਂਦਾ। ਪਿਆਰਿਓ ਧਿਆਨ ਦੇਣ ਦੇ ਬਚਨ ਹਨ ਸੰਤ ਮਸਕੀਨ ਜੀ ਦੇ। ਉਹ ਕਹਿੰਦੇ ਨਾ ਦੁਨੀਆ ਵਿੱਚ ਖੇਡਾਂ ਦੋ ਹੀ ਨੇ। ਕਿਹੜੀਆਂ? ਇੱਕ ਤਾਂ ਬੱਚਿਆਂ ਦੀ ਤੇ ਇੱਕ ਮਾਲਕ ਦੀ, ਵਾਹਿਗੁਰੂ ਦੀ, ਬਾਕੀ ਨਹੀਂ। ਜੱਗ ਵਿੱਚ ਖੇਡਾਂ ਦੋ ਨੇ ਪਿਆਰਿਓ। ਕਿਹੜੀਆਂ? ਇੱਕ ਤਾਂ ਬੱਚੇ, ਬੱਚਿਆਂ ਦੀ ਖੇਡ ਪਵਿੱਤਰ ਹੁੰਦੀ ਹੈ। ਕਿਉਂ? ਕਿਉਂਕਿ ਖੇਡ ਨਾਉ ਹੁੰਦਾ ਪਿਆਰਿਓ
ਜਿਹਦੇ ਵਿੱਚ ਜਿੱਤ ਦੀ ਖੁਸ਼ੀ ਨਾ ਹੋਵੇ, ਹਾਰ ਦੀ ਨਾਰਾਜ਼ਗੀ ਨਾ ਹੋਵੇ, ਉਹਨੂੰ ਖੇਡ ਕਹਿੰਦੇ ਆ ਬਾਣੀ ਵਿੱਚ। ਜਿਵੇਂ ਮਹਾਰਾਜ ਜੀ ਪਾਤਸ਼ਾਹ ਜੀ ਦਾ ਸ਼ਬਦ ਹੈ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤਮਾਸ਼ਾ ਭਾਵ ਖੇਡ, ਜਗਤ ਦੀ ਖੇਡ, ਜਗਤ ਦਾ ਤਮਾਸ਼ਾ। ਗੁਰੂ ਪਾਤਸ਼ਾਹ ਕਹਿੰਦੇ ਅਸੀਂ ਦੇਖਣ ਆਏ ਹਾਂ ਭਾਈ। ਧਿਆਨ ਦੇਣ ਦੇ ਬਚਨ ਹਨ। ਉਹ ਕਹਿੰਦੇ ਬਾਕੀ ਤਾਂ ਜੰਗ ਚੱਲ ਰਹੀ ਹੈ, ਕਿਤੇ ਹਥਿਆਰ ਦੀ ਚੱਲ ਰਹੀ ਹੈ, ਕਿਤੇ ਵਿਚਾਰ ਦੀ ਚੱਲ ਰਹੀ ਹੈ, ਕਿਤੇ ਚੰਗਿਆਂ ਦੀ ਚੱਲ ਰਹੀ ਹੈ, ਕਿਤੇ ਮਾੜਿਆਂ ਦੀ ਚੱਲ ਰਹੀ ਹੈ, ਬਸ ਹੋਰ ਨਹੀਂ ਹੈਗਾ। ਪਿਆਰਿਓ ਧਿਆਨ ਰੱਖਣਾ, ਖੇਡਾਂ ਦੋ ਨੇ, ਇੱਕ ਤਾਂ ਮਾਲਕ ਖੇਡਦਾ ਵਾਹਿਗੁਰੂ, ਇੱਕ ਬੱਚੇ ਖੇਡਦੇ ਆ। ਬੱਚਿਆਂ ਦੀ ਖੇਡ ਵੱਲ ਧਿਆਨ ਦੇਣਾ ਥੋੜਾ ਜਿਹਾ। ਦੇਖੋ ਬੱਚੇ ਸਾਡੇ ਬਜ਼ੁਰਗ ਬੈਠੇ ਆ, ਵੱਡੇ ਬੈਠੇ ਆ, ਹੁਣ ਤਾਂ ਖੇਡਾਂ ਥੋੜੀਆਂ ਜੀਆਂ ਬਦਲ ਗਈਆਂ, ਪਰ ਜਿੱਤ ਹਾਰ ਦਾ ਭਾਵ ਹੁਣ ਵੀ ਨਹੀਂ ਹੈਗਾ। ਪਰ ਸਾਡੇ ਬੱਚੇ ਕੀ ਕਰਦੇ, ਟੋਬੇ ਤੇ ਜਾਂਦੇ, ਮਿੱਟੀ ਦੇ ਘਰ ਬਣਾ ਕੇ ਖੇਡਦੇ, ਸਾਰਾ ਦਿਨ ਮਿੱਟੀ ਦੇ ਘਰ ਬਣਾ ਕੇ ਖੇਡੀ ਗਏ, ਬਣਾਈ ਗਏ, ਖੇਡੀ ਗਏ, ਬਣਾਈ ਗਏ। ਮਾਂ ਨੂੰ ਸ਼ਾਮ ਨੂੰ ਮਾਂ ਨੇ ਨਾ ਆਵਾਜ਼ ਮਾਰੀ, ਪੁੱਤਰ ਘਰੇ ਆਓ, ਸਮਾਂ ਹੋ ਗਿਆ, ਸ਼ਾਮ ਹੋ ਗਈ। ਬੱਚਿਆਂ ਨੇ ਆਪੋ ਆਪਣੇ ਘਰੇ ਆਏ ਤੇ ਆਉਂਦੇ ਹੋਏ ਬਣੇ ਹੋਏ ਘਰ ਢਾਹ ਕੇ ਆ ਗਏ ਲੱਤਾਂ ਮਾਰ ਕੇ। ਕਾਰਨ ਬਣਾਉਣ ਵੇਲੇ ਉਹਨਾਂ ਨੂੰ ਨਫਾ ਨਹੀਂ ਸੀ। ਕਿਉਂ? ਕਿਉਂਕਿ ਪਤਾ ਸੀ ਖੇਡ ਹੈ। ਢਾਉਣ ਵੇਲੇ ਨੁਕਸਾਨ ਨਹੀਂ। ਕਿਉਂ? ਕਿਉਂਕਿ ਪਤਾ ਹੈ ਖੇਡ ਹੈ। ਖੇਡ ਬਾਰੇ ਪਤਾ ਹੈ। ਇਸੇ ਤਰ੍ਹਾਂ ਪਿਆਰਿਓ, ਮਾਲਕ ਵਾਹਿਗੁਰੂ ਪਰਮਾਤਮਾ ਸਾਡੇ ਸਰੀਰ ਬਣਾਉਂਦਾ ਹੈ, ਪਰ ਪਤਾ ਇਹਦੇ ਵਿੱਚ ਨਫਾ ਕੁਝ ਨਹੀਂ ਹੈਗਾ, ਖੇਡ ਹੈ, ਬਸ ਖੇਡ ਰਿਹਾ। ਸਰੀਰ ਬਣਾ ਰਿਹਾ, ਨਾ ਬਣਾਉਣ ਵੇਲੇ ਨਫਾ ਤੇ ਨਾ ਢਾਉਣ ਵੇਲੇ ਨੁਕਸਾਨ। ਢਾਉਣ ਵੇਲੇ ਮਾਲਕ ਨੂੰ ਕੋਈ ਨੁਕਸਾਨ ਨਹੀਂ ਹੈਗਾ, ਬਣਾਉਣ ਵੇਲੇ ਮਾਲਕ ਨੂੰ ਕੋਈ ਨਫਾ ਨਹੀਂ ਹੈਗਾ, ਬਸ ਖੇਡ। ਉਹ ਵਾਹਿਗੁਰੂ ਪਰਮਾਤਮਾ ਖੇਡ ਰਿਹਾ ਪਿਆਰੇ। ਪਰ ਹਾਂ, ਇੱਕ ਗੱਲ ਧਿਆਨ ਵਿੱਚ ਰੱਖਿਓ, ਖੇਡ ਸਮਝਣੀ ਬੜੀ ਔਖੀ ਹੈ। ਜਿੱਥੇ ਖੇਡ ਸਮਝਣੀ ਔਖੀ ਹੈ ਨਾ, ਉੱਥੇ ਖੇਡ ਖੇਡਣੀ ਬੜੀ ਔਖੀ ਹੈ ਪਿਆਰੇ। ਖੇਡ ਖੇਡਣੀ ਵੀ ਬੜੀ ਔਖੀ ਹੈ। ਸਿਆਣਾ ਬੰਦਾ ਖੇਡ ਨਹੀਂ ਖੇਡ ਸਕਦਾ। ਸਿਆਣਾ ਬੰਦਾ, ਆਪਾਂ ਦੇਖਦੇ ਹਾਂ ਸਿਆਣੇ ਬੰਦੇ ਸੱਥਾਂ ਵਿੱਚ ਤਾਸ਼ ਖੇਡਦੇ ਆ, ਹੋਰ ਬੜਾ ਕੁਝ ਖੇਡਦੇ ਆ, ਪਰ ਇਸ ਖੇਡ ਨੂੰ ਵੀ ਕਈ ਵਾਰੀ ਬੰਦੇ ਮੁੱਛ ਦਾ ਸਵਾਲ ਸਮਝ ਲੈਂਦੇ ਆ। ਲੜਾਈ ਹੋ ਜਾਂਦੀ ਹੈ, ਵੱਡੇ ਵੱਡੇ ਕਾਰਨਾਮੇ ਹੋ ਜਾਂਦੇ ਹਨ। ਕਿਉਂ? ਕਿਉਂਕਿ ਸਿਆਣਾ ਬੰਦਾ ਖੇਡ ਨਹੀਂ ਖੇਡ ਸਕਦਾ, ਕੇਵਲ ਬੱਚਾ ਖੇਡ ਸਕਦਾ ਖੇਡ। ਪਾਤਸ਼ਾਹ ਜੀ ਕਹਿੰਦੇ ਹਨ ਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਭਾਈ, ਚੌਥਾ ਪਿਆਰ ਆਪਣੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਪੰਜਵੀਂ ਅਵਸਥਾ ਜਦੋਂ ਥੋੜਾ ਜਿਹਾ ਵੱਡਾ ਹੋਰ ਹੋਇਆ, ਪਾਤਸ਼ਾਹ ਕਹਿੰਦੇ ਫਿਰ ਖਾਣ ਪੀਣ ਦੀ ਦੌੜ ਲੱਗ ਜਾਂਦੀ ਹੈ। ਆਹ ਖਾ ਲਾਂ, ਦੁੱਧ ਪੀ ਲਾਂ, ਖੋਆ ਖਾ ਲਾਂ, ਬਰਫੀ ਖਾ ਲਾਂ, ਪਦਾਰਥ ਖਾ ਲਾਂ, ਸੋਹਣੇ ਸੋਹਣੇ ਫਲ ਫਰੂਟ ਖਾ ਲਾਂ। ਖਾਣ ਵਾਲੇ ਪਾਸੇ ਬੰਦਾ ਭੱਜਦਾ ਰਹਿੰਦਾ। ਪੰਜਵੇਂ ਖਾਣ ਪੀਣ ਕੀ ਧਾਤ। ਫਿਰ ਪਾਤਸ਼ਾਹ ਜੀ ਕਹਿੰਦੇ ਛੇਵੈ ਕਾਮ ਨ ਪੁੱਛੈ ਜਾਤ। ਵੱਡਾ ਹੋ ਗਿਆ, ਜਵਾਨੀ ਆ ਗਈ, ਮਾਤਾ ਪਿਤਾ ਕਹਿੰਦੇ ਹੁਣ ਵਿਆਹ ਕਰ ਦੋ, ਸ਼ਾਦੀ ਕਰ ਦੋ। ਘਰ ਦੇ ਵਿੱਚ ਪਰਿਵਾਰ ਆ ਗਿਆ, ਬੱਚੇ ਆ ਗਏ, ਘਰ ਵਾਲੀ ਆ ਗਈ, ਬੱਚੇ ਗਾਹਾਂ ਹੋ ਗਏ। ਜਦੋਂ ਬੱਚੇ ਹੋਏ, ਪਰਿਵਾਰ ਆਇਆ, ਘਰ ਵਾਲੀ ਆਈ, ਪਾਤਸ਼ਾਹ ਜੀ ਕਹਿੰਦੇ ਸਤਵੈ ਸੰਜ ਕੀਆ ਘਰ ਵਾਸ। ਫਿਰ ਬੰਦਾ ਥੋੜਾ ਜਿਹਾ ਵੱਡਾ ਹੋਰ ਹੁੰਦਾ, ਘਰ ਵਾਲੀ ਆਈ, ਬੱਚੇ ਹੋਏ,
ਬੰਦਾ ਕਹਿੰਦਾ ਹੁਣ ਮਾਇਆ ਦੇ ਢੇਰ ਲਾ ਦੋ ਕਮਾ ਕਮਾ ਕੇ। ਕਮਾਈ ਕਰਦਾ ਬੰਦਾ, ਕਦੇ ਖੇਤੀ ਕਰਦਾ ਹੈ, ਕਦੇ ਦੁਕਾਨਦਾਰੀ ਕਰਦਾ ਹੈ, ਕਦੇ ਬਿਜ਼ਨਸ ਕਰਦਾ ਹੈ, ਕਦੇ ਨੌਕਰੀ ਕਰਦਾ ਹੈ। ਆਪੋ ਆਪਣਾ ਕੰਮ ਹਰ ਬੰਦਾ ਕਰਦਾ ਹੈ। ਕੰਮ ਕਰਕੇ ਬੰਦਾ ਪੈਸਾ ਜੋੜਦਾ ਹੈ, ਮਾਇਆ ਜੋੜਦਾ ਹੈ, ਹੀਰੇ ਲਾਲ ਮੋਤੀ ਜੋੜਦਾ ਹੈ। ਫਿਰ ਹੁੰਦਾ ਕੀ ਹੈ, ਜਦੋਂ ਸਾਰਾ ਕੁਝ ਮਾਤਾ ਪਿਤਾ ਨੇ ਜੋੜ ਲੈਤਾ, ਜ਼ਮੀਨਾਂ ਬਣਾ ਲੈਤੀਆਂ, ਪਲਾਟ ਬਣਾ ਲਏ, ਕੋਠੀਆਂ ਕਾਰਾਂ ਬਣਾ ਲੀਆਂ, ਸੋਨਾ ਚਾਂਦੀ ਹੀਰੇ ਮੋਤੀ ਲਾਲ ਬਣਾਤੇ, ਮਾਇਆ ਜੋੜਤੀ। ਫਿਰ ਬੱਚੇ ਆ ਕੇ ਮੰਗਦੇ ਆ, ਬੱਚੇ ਕਹਿੰਦੇ ਆ ਡੈਡੀ ਆਹ ਵੀ ਚਾਹੀਦਾ, ਡੈਡੀ ਆਹ ਵੀ ਚਾਹੀਦਾ, ਹਨਾ, ਮੰਗਣਾ ਕਰਦੇ ਆ। ਫਿਰ ਜਦੋਂ ਮੰਗਣਾ ਕਰਦੇ ਆ ਨਾ, ਪਾਤਸ਼ਾਹ ਕਹਿੰਦੇ 8 ਵੈ ਕ੍ਰੋਧ ਹੋਆ ਤਨ ਨਾਸ। ਬਾਪੂ ਫਿਰ ਪਿੱਛੇ ਪੈਂਦਾ ਡਾਂਗ ਲੈ ਕੇ ਵੀ ਮੈਂ ਤਾਂ ਮਸਾਂ ਕਮਾਈ ਹੈ ਮਾਇਆ, ਤੇ ਤੁਸੀਂ ਹੁਣ ਮੰਗ ਮੰਗ ਕੇ ਆ ਕਿਤੇ ਮੋਬਾਈਲ ਤੇ ਲਾਤੇ, ਕਿਤੇ ਗੱਡੀਆਂ ਕਾਰਾਂ ਦੇ ਮੋਟਰਸਾਈਕਲਾਂ ਤੇ ਤੇਲ ਫੂਕਤਾ। ਮੈਂ ਇਹਨਾਂ ਵਾਸਤੇ ਕਮਾਈ ਥੋੜਾ ਕੀਤੀ ਹੈ ਕਿਤੇ। ਬੰਦਾ ਕ੍ਰੋਧ, ਫਿਰ ਕ੍ਰੋਧ ਦੇ ਸਹਿਤ ਹੋ ਕੇ ਪਾਤਸ਼ਾਹ ਕਹਿੰਦੇ ਜ਼ਿੰਦਗੀ ਖਤਮ ਕਰਦਾ ਜਾਂਦਾ ਹੈ। ਤਨ ਨਾਸ, ਤਨ ਕਮਜ਼ੋਰ ਹੋ ਜਾਂਦਾ। ਨਾਵੈ ਧੌਲੇ ਉੱਬੇ ਸਾਹਾ। ਇਦਾਂ ਕਰਦਿਆਂ ਕਰਦਿਆਂ ਪਾਤਸ਼ਾਹ ਕਹਿੰਦੇ ਭਾਈ ਬੰਦੇ ਦੀ ਜ਼ਿੰਦਗੀ 80-90 ਸਾਲ ਚ ਚਲੀ ਜਾਂਦੀ ਹੈ। ਜਦੋਂ ਵੱਡਾ ਹੋ ਗਿਆ ਨਾ ਬੰਦਾ, ਨਾਵੈ ਧੌਲੇ ਉੱਬੇ ਸਾਹਾ, ਤਾਂ 90 ਸਾਲ ਦੀ ਉਮਰ ਹੋ ਗਈ, ਵੱਡਾ ਹੋ ਗਿਆ, ਧੌਲੇ ਆ ਗਏ, ਚਿੱਟੇ ਆ ਗਏ, ਲੰਬੇ ਲੰਬੇ ਸਾਹ ਲੈਂਦਾ ਹੈ। ਨਾਵੈ ਧੌਲੇ ਉੱਬੇ ਸਾਹਾ, ਗਏ ਸੇ ਗੀਤ ਪੁਕਾਰੀ ਤਾਹ। ਪਿਆਰਿਓ ਧਿਆਨ ਰੱਖਣਾ, ਜਵਾਨੀ ਬੰਦੇ ਨੂੰ ਪਿਆਰੀ ਹੁੰਦੀ ਹੈ। ਕਿਉਂ? ਕਿਉਂਕਿ ਜਵਾਨੀ ਵਿੱਚ ਬੰਦਾ ਚੰਗੀਆਂ ਛਾਲਾਂ ਛੂਲਾਂ ਮਾਰਦਾ ਹੈ, ਚੰਗੇ ਨੱਚਣ ਟੱਪਣ ਵਾਲੇ ਗੀਤ ਸੁਣਦਾ ਹੈ, ਗਾਉਂਦਾ ਹੈ। ਬੰਦਾ ਆਪਣੇ ਆਪ ਨੂੰ ਜ਼ਬਰਦਸਤ ਸਮਝਦਾ ਕਿ ਮੇਰੇ ਵਰਗਾ ਕੋਈ ਨਹੀਂ ਹੈਗਾ। ਮੇਰੇ ਵਰਗਾ ਕੌਣ ਹੈ? ਨਾਵੈ ਧੌਲੇ ਉੱਬੇ ਸਾਹਾ, ਗਏ ਸੇ ਗੀਤ ਪੁਕਾਰੀ ਤਾਹਾ। ਫਿਰ ਜਵਾਨੀ ਜਦੋਂ ਆਉਂਦੀ ਹੈ, ਬੰਦੇ ਦਾ ਆਵਾਜ਼ ਗਲਾ ਬੜਾ ਸੋਹਣਾ ਹੁੰਦਾ ਹੈ, ਕੰਠ, ਸੋਹਣੀ ਆਵਾਜ਼। ਬੰਦਾ ਆਪਣੀ ਆਵਾਜ਼ ਤੇ ਮਾਣ ਕਰਦਾ, ਆਪਣੇ ਸਰੀਰ ਤੇ, ਆਪਣੀ ਜਵਾਨੀ ਤੇ, ਆਪਣੇ ਸੁਹੱਪਣ ਤੇ, ਆਪਣੇ ਨੈਣ ਨਕਸ਼ ਤੇ ਮਾਣ ਕਰਦਾ ਹੈ। ਪਰ ਇਹ ਕਿੰਨਾ ਕੁ ਚਿਰ? ਪਾਤਸ਼ਾਹ ਕਹਿੰਦੇ ਮਾਇਆ ਕੀ ਸੋਭਾ 4 ਦਿਹਾੜੇ। ਇਹ ਮਾਇਆ ਦੀ ਸੋਭਾ ਹੈ ਨਾ ਜਿਹੜੀ, ਇਹ ਪਾਤਸ਼ਾਹ ਕਹਿੰਦੇ ਭਾਈ 4 ਦਿਹਾੜੇ ਹੈ। ਸਰੀਰ ਵੀ ਸਾਡਾ ਮਾਇਆ ਦਾ ਹੈ, ਇਹ ਵੀ 4 ਦਿਹਾੜੇ ਹੈ। ਪਾਤਸ਼ਾਹ ਜੀ ਕਹਿੰਦੇ ਜਾਂਦੀ ਬਿਲਮ ਨਾ ਹੋਏ। ਭਾਈ ਇਹ ਜਦੋਂ ਜਾਂਦੀ ਹੈ, ਜਦੋਂ ਜਵਾਨੀ ਜਾਂਦੀ ਹੈ, ਇਹ ਟਾਈਮ ਨਹੀਂ ਲਾਉਂਦੀ। ਜਦੋਂ ਮਾਇਆ ਜਾਂਦੀ ਹੈ ਕਮਾਈ ਹੋਈ, ਇਹ ਟਾਈਮ ਨਹੀਂ ਲਾਉਂਦੀ। ਜੋੜੇ ਹੋਏ ਧਨ ਪਦਾਰਥ ਜਦੋਂ ਖਤਮ ਹੁੰਦੇ ਆ, ਸਮਾਂ ਨਹੀਂ ਲਾਉਂਦੇ। ਫਿਰ ਹੁੰਦਾ ਕੀ ਹੈ? ਗਏ ਸੇ ਗੀਤ ਪੁਕਾਰੀ ਤਾਹ। ਪਾਤਸ਼ਾਹ ਜੀ ਕਹਿੰਦੇ ਜਦੋਂ ਉਹ ਜਵਾਨੀ ਵਾਲੇ ਗੀਤ, ਜਵਾਨੀ ਵਾਲੇ ਸੁਹੱਪਣ ਚਲੇ ਗਏ, ਬੰਦਾ ਖਤਮ ਹੋ ਗਿਆ, ਫਿਰ ਹੁੰਦਾ ਕੀ ਹੈ? ਪਾਤਸ਼ਾਹ ਕਹਿੰਦੇ ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਬਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰ ਹੈ ਪੁਰਾਨੀ। ਫਿਰ ਪਾਤਸ਼ਾਹ ਜੀ ਕਹਿੰਦੇ ਹਨ ਨੈਣੋ ਨੀਰ, ਨੈਣਾ ਦੇ ਵਿੱਚੋਂ ਪਾਣੀ ਡਿੱਗਦਾ। ਨੈਣੋ ਨੀਰ ਬਹਿ ਤਨ ਖੀਨਾ, ਤਨ ਕਮਜ਼ੋਰ ਹੋ ਜਾਂਦਾ ਪਿਆਰੇ। ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇਹ, ਜੇ 100 ਬਰਿਆ ਜੀਵਣਾ, ਅੰਤ ਖੇਹ ਕੀ ਖੇਹ। ਪਾਤਸ਼ਾਹ ਜੀ ਕਹਿੰਦੇ ਹਨ ਬੁੱਢਾ ਹੋਆ ਸੇਖ ਫਰੀਦ, ਬੁੱਢਾ ਹੋ ਗਿਆ, 100 ਸਾਲ ਦਾ ਹੋ ਗਿਆ,
ਪਰ ਪਿਆਰਿਓ, ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇਹ। ਪਾਤਸ਼ਾਹ ਕਹਿੰਦੇ ਦੇਹ ਆ ਨਾ ਜਿਹੜੀ, ਭਗਤ ਜੀ ਇੱਕ ਥਾਂ ਲਿਖਦੇ ਆ, ਨਿੱਕੀ ਨਿੱਕੀ ਜੰਗੀ ਹੈ, ਥਲ ਡੂਗਰ ਭਵਿਓਮ, ਅੱਜ ਫਰੀਦਾ ਕੂਜੜਾ, ਸੈ ਕੋਹਾਂ ਥੀ ਓਮ। ਪਿਆਰੇ, ਜੰਗੀ, ਜਾਂਗ, ਜੰਗੀ, ਇਹ ਲੱਤਾਂ ਦਾ ਨਾਮ ਹੈ ਪਿਆਰੇ। ਲੱਤਾਂ ਨੂੰ ਜਾਂਘਾਂ ਕਹਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਹਨ, ਭਗਤ ਜੀ ਕਹਿੰਦੇ ਹਨ, ਜਿਹੜੀਆਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਵੱਡੇ ਵੱਡੇ ਪਹਾੜ ਟੱਪ ਜਾਂਦਾ, ਛੋਟੇ ਛੋਟੇ ਹੱਥਾਂ ਦੇ ਨਾਲ ਮੈਂ ਆਪਣੀਆਂ ਬਾਹਾਂ ਤੇ ਵਿਸ਼ਵਾਸ ਕਰਕੇ ਵੱਡੇ ਵੱਡੇ ਭਾਰ ਚੁੱਕ ਕੇ ਬਾਲਾ ਕੱਢ ਦਿੰਦਾ। ਅੱਜ ਕੀ ਹੋ ਰਿਹਾ ਮੇਰੇ ਨਾਲ? ਫਰੀਦਾ ਨਿੱਕੀ ਨਿੱਕੀ ਜੰਗੀ ਹੈ, ਥਾਲ ਡੂਗਰ ਭਵਿਓ, ਅੱਜ ਫਰੀਦਾ ਕੂਜੜਾ, ਸੈ ਕੋਹਾਂ ਥੀਓਮ। ਕਹਿੰਦੇ ਉਹ ਬੰਦੇ 100 ਸਾਲ ਦਾ ਸਰੀਰ ਹੋ ਗਿਆ, ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇ, ਹੱਥ ਕੰਬਣ ਲੱਗੇ, ਨੈਣਾਂ ਦੇ ਵਿੱਚੋਂ ਪਾਣੀ ਵਹਿਣ ਲੱਗਿਆ, ਸਿਰ ਕੰਪਿਓ, ਪਗ ਡਗਮਗੈ, ਨੈਣ ਜੋਤ ਤੇ ਹੀ। ਨੌਵੇਂ ਪਾਤਸ਼ਾਹ ਕਹਿੰਦੇ ਸਿਰ ਡੋਲੇ ਖਾਂਦਾ, ਪੈਰ ਧਰਨ ਦਾ ਯਤਨ ਬੰਦਾ ਕਿਸੇ ਪਾਸੇ ਹੋਰ ਕਰਦਾ, ਜਾਂਦੇ ਕਿਸੇ ਹੋਰ ਪਾਸੇ ਹੈ। ਭਗਤ ਜੀ ਕਹਿੰਦੇ ਹਨ, ਅੱਜ ਫਰੀਦਾ ਕੂਜੜਾ, ਸੈ ਕੋਹਾਂ ਥੀ ਓਮ। ਭਗਤ ਜੀ ਕਹਿੰਦੇ ਹਨ, ਉਹ ਬੰਦੇ ਜਿਹੜੇ ਤਨ ਉੱਤੇ ਮਾਣ ਕਰਦਾ ਸੀ ਕਿ ਮੇਰੇ ਵਰਗਾ ਕੋਈ ਨਹੀਂ, ਮੇਰੇ ਵਰਗੀ ਜਵਾਨੀ ਕਿਸੇ ਤੇ ਨਹੀਂ, ਮੇਰੇ ਵਰਗਾ ਗਿਆਨ ਕਿਸੇ ਨੂੰ ਨਹੀਂ, ਮੇਰੇ ਵਰਗਾ ਬਲ ਕਿਸੇ ਕੋਲ ਨਹੀਂ, ਅੱਜ ਉਹ ਸਰੀਰ ਮੰਜੇ ਤੇ ਪਿਆ 100 ਸਾਲ ਦਾ। 100 ਸਾਲ ਦਾ। ਪਰ ਹੁੰਦਾ ਕੀ ਹੈ? ਅੱਜ ਫਰੀਦਾ ਕੂਜੜਾ, ਸੈ ਕੋਹਾਂ ਥੀਓ, ਮੰਜੇ ਦੇ ਕੋਲੇ ਪਾਣੀ ਵਾਲਾ ਕੁੱਜਾ ਪਿਆ ਹੋਇਆ, ਏਦਾਂ ਲੱਗਦਾ ਜਿਵੇਂ 100 ਕੋਹ ਤੇ ਪਿਆ ਹੋਵੇ। ਕਿਉਂਕਿ ਖੜਾ ਹੋ ਕੇ ਮੰਜੇ ਦੇ ਉੱਤੋਂ ਪਾਣੀ ਵਿੱਚੋਂ, ਕੁੱਜੇ ਦੇ ਵਿੱਚੋਂ ਪਾਣੀ ਭਰ ਕੇ ਗਲਾਸ ਦਾ ਮੂੰਹ ਨੂੰ ਨਹੀਂ ਲਾਈਂਦਾ। ਆਹ ਹਾਲਾਤ ਬੰਦੇ ਦੇ ਪਿਆਰੇ ਹੁੰਦੇ ਆ। ਇਦਾਂ ਦੇ ਹਾਲਾਤ ਪਾਤਸ਼ਾਹ ਜੀ ਕਹਿੰਦੇ ਬੰਦੇ ਦੇ ਬਣ ਜਾਂਦੇ ਹਨ। ਦਾਸ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਸਹਿਸਕ੍ਰਿਤੀ ਬਹੁਤ ਔਖੀ ਬਾਣੀ ਹੈ। ਇਹਨੂੰ ਪੜ੍ਹਨਾ ਵੀ ਬੜਾ ਔਖਾ ਹੈ, ਇਹਨੂੰ ਸਮਝਣਾ ਵੀ ਬੜਾ ਔਖਾ ਹੈ। ਦਾਸ ਇਹਦੇ ਨਾਲ, ਆਪ ਜੀ ਦੇ ਨਾਲ ਸਹਿਸਕ੍ਰਿਤੀ ਦੀਆਂ ਵਿਚਾਰਾਂ ਜੋ ਬੜੇ ਸਾਡੇ ਕੰਮ ਆਉਣ ਵਾਲੀਆਂ ਹਨ, ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਬੜਾ ਸਹਾਰਾ ਦੇਣ ਵਾਲੀਆਂ ਹਨ, ਬੜੀ ਸੋਹਣੀ ਸਿੱਖਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਨੇ ਇੱਕ ਇੱਕ ਪੰਕਤੀ ਸੁਣਨਾ ਬੜੇ ਪਿਆਰ ਦੇ ਨਾਲ, ਬੜੀ ਸੁਰਤੀ ਬਿਰਤੀ ਇਕਾਗਰ ਕਰਕੇ ਪਿਆਰਿਓ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਸੁਰਤੀ ਲਾ ਕੇ ਬਾਣੀ ਸੁਣੋਗੇ, ਟਿਕਾ ਕੇ, ਮਨ ਟਿਕਾ ਕੇ ਬਾਣੀ ਸੁਣੋਗੇ ਤਾਂ ਤੁਹਾਡਾ ਭਲਾ ਤੇ ਸਾਡੀ ਜ਼ਿੰਦਗੀ ਦਾ ਭਲਾ ਤੇ ਜਾਣ ਵਾਲੀ ਆਤਮਾ ਦਾ ਭਲਾ ਹੋਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਹੈ। ਬੜਾ ਪਿਆਰਾ ਸ਼ਬਦ ਹੈ ਪਿਆਰੇ। ਪੰਜਵੇਂ ਪਾਤਸ਼ਾਹ ਜੀ ਨਾ ਜਦੋਂ ਗੁਰਬਾਣੀ ਉਚਾਰਨ ਕਰਦੇ ਸਨ, ਉੱਥੇ
ਹਰੀ ਲਾਲ ਕ੍ਰਿਸ਼ਨ ਲਾਲ ਪੰਡਤ ਆਏ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਕਿਉਂਕਿ ਔਰ ਸ਼ਿਵਦੱਤ ਪੰਡਤ ਮਹਾਨ ਵਿਦਵਾਨ ਹੋਏ ਔਰ ਇਹਨਾਂ ਦੇ ਪਿਤਾ ਦਾ ਨਾਮ ਸੀ ਵਿਸ਼ਨਦੱਤ ਪੰਡਤ। ਵਿਸ਼ਨਦੱਤ ਪੰਡਤ ਔਰ ਸ਼ਿਵਦੱਤ ਪੰਡਤ ਸੀ ਨਾ ਜਿਹੜਾ, ਇਹ ਬੜਾ ਹੰਕਾਰ ਵਿੱਚ ਸੀ, ਵਿਦਿਆ ਦਾ ਹੰਕਾਰ। ਆਪ ਜੀ ਨੂੰ ਬੇਨਤੀ ਕਰੀ ਸੀ ਪਹਿਲੀਆਂ ਵਿੱਚ ਕਿ ਪਿਆਰਿਓ, ਕਿਸੇ ਨੂੰ ਜਵਾਨੀ ਦਾ ਮਾਣ, ਕਿਸੇ ਨੂੰ ਆਪਣੇ ਸੁਹੱਪਣ ਦਾ ਮਾਣ, ਕਿਸੇ ਨੂੰ ਆਪਣੇ ਜ਼ਬਰਦਸਤ ਜ਼ੋਰ ਦਾ ਬਲ ਦਾ ਹੰਕਾਰ ਮਾਣ, ਕਿਸੇ ਨੂੰ ਗਿਆਨ ਦਾ ਮਾਣ। ਪਿਆਰਿਓ, ਕਿੰਨੇ ਹੰਕਾਰ ਬੰਦਾ ਆਪਣੀ ਬੁੱਧੀ ਵਿੱਚ ਪਾਈ ਫਿਰਦਾ ਹੈ। ਪਿਆਰਿਓ, ਧਿਆਨ ਰੱਖਣਾ, ਦਾਸ ਇੱਥੇ ਕਈ ਵਾਰੀ ਗੱਲ ਕਰਦਾ ਹੁੰਦਾ ਕਥਾ ਵਿੱਚ। ਪਿਆਰਿਓ, ਬਾਣੀ ਪੜ੍ਹਨਾ, ਸੇਵਾ ਕਰਨੀ, ਸਕੂਲਾਂ ਵਿੱਚੋਂ ਕਾਲਜਾਂ ਵਿੱਚੋਂ ਵਿਦਿਆ ਪੜ੍ਹਨੀ ਬਹੁਤ ਚੰਗੀ ਗੱਲ ਹੈ। ਆਪਾਂ ਨੂੰ ਸਾਰਿਆਂ ਨੂੰ ਅੱਜ ਪੜ੍ਹਨ ਦੀ ਲੋੜ ਹੈ। ਅੱਜ ਕਲਯੁਗ ਦਾ ਟਾਈਮ ਹੈ। ਸਾਡੇ ਸਿਆਣੇ ਬਜ਼ੁਰਗ, ਮਾਤਾ ਪਿਤਾ, ਉਹ ਕਹਿੰਦੇ ਨੇ, ਸਾਡੇ ਡਾਕਟਰ ਮਾਸਟਰ ਟੀਚਰ ਸਾਹਿਬਾਨ ਕਹਿੰਦੇ ਨੇ, ਭਾਈ ਵਿਦਿਆ ਪੜ੍ਹੋ। ਵਿਦਿਆ ਪੜ੍ਹ ਕੇ ਬੰਦਾ ਆਪਣੇ ਪਰਿਵਾਰ ਨੂੰ, ਆਪਣੇ ਇਲਾਕੇ ਨੂੰ ਸੁਧਾਰ ਦਿੰਦਾ ਹੈ। ਪਿਆਰਿਓ, ਸਭ ਕੁਝ ਬੜਾ ਚੰਗਾ ਹੈ, ਪਰ ਧਿਆਨ ਰੱਖਣਾ, ਵਿਦਿਆ ਦਾ ਮਾਣ ਕਰਨਾ, ਵਿਦਿਆ ਦਾ ਹੰਕਾਰ ਕਰਨਾ, ਇਹ ਮਾੜਾ ਹੈ। ਤੁਸੀਂ ਧਿਆਨ ਰੱਖਿਓ, ਜਿਸ ਬੰਦੇ ਵਿੱਚ ਹਉਮੈ ਹੈ ਨਾ, ਹੰਕਾਰ ਹੈ, ਉਹਨੂੰ ਤੁਸੀਂ ਵਿਦਵਾਨ ਨਾ ਸਮਝਿਓ, ਉਹਨੂੰ ਤੁਸੀਂ ਵਿਦਵਾਨ ਨਹੀਂ ਸਮਝਣਾ। ਅੱਜ ਹੰਕਾਰ ਦੇ ਰੌਲੇ ਹੈ ਤੁਹਾਡੇ ਸਾਹਮਣੇ। ਪਿਆਰਿਓ, ਹਾਥ ਦੀਪ ਕੂਏ ਪਰ ਹੈ। ਸਮਝ ਲਓ, ਇੱਕ ਅੰਨਾ ਬੰਦਾ ਖੂਹ ਵਿੱਚ ਡਿੱਗੇ, ਆਪਾਂ ਕਹਿ ਦਾਂਗੇ ਭਾਈ ਇਹਦਾ ਵਿਚਾਰੇ ਦਾ ਕੀ ਦੋਸ਼ ਹੈ। ਕਿਉਂ? ਕਿਉਂਕਿ ਅੱਖਾਂ ਨਹੀਂ ਦਿੱਤੀਆਂ। ਪਰ ਇੱਕ ਅੱਖਾਂ ਵਾਲਾ ਖੂਹ ਵਿੱਚ ਡਿੱਗੇ, ਫਿਰ ਅਸੀਂ ਕੀ ਕਵਾਂਗੇ? ਫਿਰ ਉਹਨੂੰ ਅਸੀਂ ਇਹ ਨਹੀਂ ਕਵਾਂਗੇ ਇਹ ਵਿਚਾਰਾ ਬੇਦੋਸ਼ ਹੈ, ਨਹੀਂ, ਅਸੀਂ ਕਵਾਂਗੇ ਇਹ ਤਾਂ ਕੋਈ ਪਾਗਲ ਹੈ, ਮੂਰਖ ਹੈ। ਕਿਉਂ? ਕਿਉਂਕਿ ਅੱਖਾਂ ਹੁੰਦਿਆਂ ਹੋਇਆਂ ਖੂਹ ਵਿੱਚ ਡਿੱਗਣਾ ਪਾਗਲ ਦੀ ਨਿਸ਼ਾਨੀ ਹੈ, ਮੂਰਖਤਾ ਦੀ ਨਿਸ਼ਾਨੀ ਹੈ। ਉਹ ਹੱਥ ਵਿੱਚ ਗਿਆਨ ਦਾ ਦੀਵਾ ਫੜਿਆ ਹੋਵੇ, ਡਿੱਗੇ ਹੰਕਾਰ ਦੇ ਟੋਏ ਵਿੱਚ। ਪਾਤਸ਼ਾਹ ਕਹਿੰਦੇ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਪਿਆਰਿਓ, ਦਾਸ ਬੇਨਤੀ ਕਰਦਾ ਆਪ ਸੰਗਤਾਂ ਦੇ ਚਰਨਾਂ ਵਿੱਚ ਕਿ ਮੌਨ ਧਾਰਨਾ, ਰੱਬ ਦੀ ਯਾਦ ਵਿੱਚ ਰਹਿਣਾ ਕਿੱਡੀ ਵਧੀਆ ਗੱਲ ਹੈ। ਪਰ ਪਿਆਰਿਓ, ਧਿਆਨ ਰੱਖਿਓ, ਜੇ ਕਿਤੇ ਮੁਨੀ ਨੇ ਮੌਨ ਧਾਰ ਕੇ ਮਾਨ ਕੀਤਾ, ਹੰਕਾਰ ਕੀਤਾ, ਪਾਤਸ਼ਾਹ ਕਹਿੰਦੇ, ਉਹ ਬੰਦੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਗਲ ਗਏ, ਖਤਮ ਹੋ ਗਏ, ਮਾਰੇ ਗਏ। ਕਿਉਂ? ਕਿਉਂਕਿ ਮਾਨ ਹੰਕਾਰ ਬੰਦੇ ਨੂੰ ਮਾਰਦਾ, ਠੱਗਦਾ, ਖਤਮ ਕਰ ਦਿੰਦਾ। ਪਿਆਰੇ, ਕੱਖ ਨਹੀਂ ਛੱਡਦਾ ਪੱਲੇ ਵਿੱਚ। ਮਾਨ ਹੈ ਜਿਹੜਾ, ਹੰਕਾਰ ਹੈ। ਇਸ ਕਰਕੇ ਧਿਆਨ ਦੇਣ ਦੇ ਬਚਨ ਹਨ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮਹਾਰਾਜ ਚ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ਼ਿਵਦੱਤ ਪੰਡਤ ਬੜਾ ਵਿਦਵਾਨ ਸੀ, ਬੜੀ ਵਿਦਿਆ ਸੀ ਇਹਦੇ ਕੋਲ। ਔਰ ਮਹਾਰਾਜ ਚ ਪਾਤਸ਼ਾਹ ਜੀ ਦੇਸਾਂ ਦੇ ਸੰਤਰਾਂ ਦੇ ਵਿੱਚ ਰਟਨ ਕਰਦੇ ਹੋਏ, ਸਿੱਖ ਸੰਗਤਾਂ ਨੂੰ ਤਾਰਦੇ ਹੋਏ ਕਾਂਸੀ ਦੇ ਵਿੱਚ ਪਹੁੰਚੇ। ਗਾਹਾਂ ਇਹ ਸ਼ਿਵਦੱਤ ਪੰਡਤ, ਇਹ ਵੀ ਉੱਥੇ ਬੈਠਾ ਸੀ, ਆਪਣਾ ਆਸਣ ਲਾਈ। ਸ਼ਿਵਦੱਤ ਪੰਡਤ ਮਹਾਨ ਵਿਦਵਾਨ ਹੋਣ ਕਰਕੇ ਹਰ ਇੱਕ ਨਾਲ ਚਰਚਾ ਕਰਿਆ ਕਰਦਾ। ਜਿਹੜਾ ਚਰਚਾ ਵਿੱਚ ਹਾਰ ਜਾਂਦਾ ਉਹਨੂੰ ਭਜਾ ਦਿੰਦਾ, ਤੇ ਜਿਹੜਾ ਚਰਚਾ ਵਿੱਚ ਜਿੱਤਣ ਤਾਂ ਕੋਈ ਦਿੱਤਾ ਹੀ ਨਹੀਂ। ਸ਼ਿਵਦੱਤ ਪੰਡਤ ਨੇ ਜਿੱਤਣ ਨਹੀਂ ਕੋਈ ਵੀ ਦਿੱਤਾ, ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਝੁਕਿਆ ਸੀ ਸ਼ਿਵਦੱਤ ਪੰਡਤ।
ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਗਏ ਨਾ, ਸ਼ਿਵਦੱਤ ਪੰਡਤ ਕਹਿੰਦਾ ਮਹਾਰਾਜ ਤੁਹਾਡਾ ਨਾਮ ਬੜਾ ਸੁਣਿਆ ਔਰ ਮੇਰੇ ਨਾਲ ਚਰਚਾ ਕਰੋ, ਵਿਚਾਰ ਕਰੋ। ਤੁਸੀਂ ਸੁਣਿਓ ਕਿ ਬੜੇ ਵਿਦਵਾਨ ਹੋ, ਬੜੀ ਕਿਰਪਾ ਹੈ ਤੁਹਾਡੇ ਤੇ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਭਾਈ ਅਸੀਂ ਕੀ ਵਿਚਾਰ ਕਰਨੀ ਹੈ, ਕੀ ਚਰਚਾ ਕਰਨੀ ਹੈ? ਕਿਉਂ? ਕਿਉਂਕਿ ਅਸੀਂ ਫਕੀਰ ਲੋਕ ਹਾਂ, ਜਿੱਥੇ ਜੀ ਕਰਦਾ ਵਗ ਜਾਂਦੇ ਆ, ਜਿੱਥੇ ਜੀ ਕਰਦਾ ਬਹਿ ਜਾਂਦੇ ਆ, ਜਦੋਂ ਜੀ ਕਰਦਾ ਉੱਠ ਖੜਦੇ ਆ, ਪੈ ਜਾਂਦੇ ਆ। ਅਸੀਂ ਫਕੀਰ ਹਾਂ, ਅਸੀਂ ਵਿਚਾਰਕ ਨਹੀਂ ਹੈਗੇ। ਸ਼ਿਵਦੱਤ ਪੰਡਤ ਕਹਿੰਦਾ ਮਹਾਰਾਜ ਔਰ ਜੇ ਤੁਸੀਂ ਵਿਚਾਰ ਨਹੀਂ ਕਰਨੀ ਤਾਂ ਇੱਥੋਂ ਕਾਂਸੀ ਛੱਡ ਕੇ ਵਗ ਜਾਓ। ਕਿਉਂ? ਕਿਉਂਕਿ ਇੱਥੇ ਬੰਦਾ ਵਿਦਵਾਨ ਰਹਿ ਸਕਦਾ ਹੈ, ਹੋਰ ਕੋਈ ਅਨਪੜ੍ਹ ਬੰਦਾ ਨਹੀਂ ਰਹਿ ਸਕਦਾ। ਇੱਥੇ ਅਨਪੜ੍ਹ ਬੰਦਾ ਇੱਥੇ ਬੈਠ ਵੀ ਨਹੀਂ ਸਕਦਾ। ਜੇ ਤੁਸੀਂ ਵਿਚਾਰ ਚਰਚਾ ਨਹੀਂ ਕਰਨੀ ਤਾਂ ਚਲੇ ਜਾਓ। ਇੱਕ ਵਾਰੀ ਕਿਹਾ, ਦੋ ਵਾਰੀ ਕਿਹਾ, ਤਿੰਨ ਵਾਰੀ ਕਿਹਾ। ਜਦੋਂ ਨਾ ਹਟਿਆ ਨਾ ਸ਼ਿਵਦੱਤ, ਪਾਤਸ਼ਾਹ ਜੀ ਨੇ ਨਾ ਕਹਿੰਦੇ ਹਟਦਾ ਨਹੀਂ ਫਿਰ? ਕਹਿੰਦੇ ਨਹੀਂ ਜੀ, ਜਾਂ ਵਿਚਾਰ ਕਰੋ ਜਾਂ ਕਾਂਸੀ ਛੱਡ ਕੇ ਵਗ ਜਾਓ। ਉਹ ਕਹਿੰਦਾ ਫਿਰ ਐਂ ਕਰ, ਮੇਰੇ ਨਾਲ ਵੀ ਇੱਕ ਪੰਡਤ ਬ੍ਰਾਹਮਣ ਵਿਦਵਾਨ ਹੈ, ਮੈਂ ਉਹਨੂੰ ਉਠਾਉਣਾ ਤੇ ਵਿਚਾਰ ਕਰ ਲਈ। ਪਾਤਸ਼ਾਹ ਜੀ ਨੇ ਨਾ ਉੱਥੇ ਮਰਿਆ ਹੋਇਆ ਇੱਕ ਕੁੱਤਾ ਪਿਆ ਸੀ, ਉਹ ਤੇ ਦ੍ਰਿਸ਼ਟੀ ਪਾਈ। ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਪਾਣੀ ਦਾ ਛਿੜਕਾ ਦੇ, ਵਾਹਿਗੁਰੂ ਦਾ ਨਾਮ ਲੈ ਕੇ ਇਹ ਜਿਉਂਦਾ ਹੋ ਜਾਊਗਾ। ਕਹਿੰਦਾ ਮਹਾਰਾਜ ਸਤ ਵਚਨ ਕਹਿ ਕੇ ਰੱਬ ਦਾ ਨਾਮ ਲੈ ਕੇ ਪਾਣੀ ਦਾ ਛਿੱਟਾ ਦਿੱਤਾ, ਉਹ ਕੁੱਤਾ ਜਿਉਂਦਾ ਹੋ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਪੰਡਤ ਜੀ ਆ ਤੁਹਾਡਾ ਭਾਈਚਾਰਾ ਬੈਠਾ, ਇਹਦੇ ਨਾਲ ਚਰਚਾ ਕਰੋ। ਜਦੋਂ ਇਹ ਗੱਲ ਕਹੀ ਨਾ, ਰੂਹ ਦੇ ਵਿੱਚੋਂ ਆਵਾਜ਼ ਆਈ, ਸਤ ਵਚਨ ਮਹਾਰਾਜ ਕਰ ਲੈਨੇ ਆ। ਪਰ ਸ਼ਿਵਦੱਤ ਗੁੱਸੇ ਹੋ ਗਿਆ, ਕਹਿੰਦਾ ਮਹਾਰਾਜ ਸਾਡੀ ਤੁਲਨਾ ਇੱਕ ਕੁੱਤੇ ਨਾਲ, ਸਾਡੀ ਤੁਲਨਾ ਇੱਕ ਕੁੱਤੇ ਨਾਲ ਕਰ ਰਹੇ ਹੋ ਤੁਸੀਂ। ਅਸੀਂ ਮਹਾਨ ਵਿਦਵਾਨ, ਪੰਡਤ ਵਿਦਵਾਨ, ਸਾਡਾ ਦੁਨੀਆ ਤੇ ਨਾਂ ਚੱਲ ਲੈ, ਸਾਡੇ ਵਰਗਾ ਹੈ ਕੋਈ ਨਹੀਂ, ਤੇ ਤੁਸੀਂ ਸਾਡੀ ਇੱਕ ਤੁਲਨਾ ਕੁੱਤੇ ਨਾਲ ਕਰਦੇ ਹੋ। ਮਹਾਰਾਜ ਚ ਪਾਤਸ਼ਾਹ ਕਹਿੰਦੇ ਭਾਈ ਇਹ ਪੰਡਤ ਹੈ, ਇਹ ਵਿਦਵਾਨ ਹੈ, ਇਹਨੂੰ ਕੁੱਤਾ ਨਾ ਸਮਝ। ਬਾਕੀ ਚਰਚਾ ਕਰ, ਤੈਨੂੰ ਆਪ ਨੂੰ ਪਤਾ ਲੱਗ ਜਾਏਗਾ ਕਿ ਕੌਣ ਹੈ। ਕੁੱਤੇ ਦੇ ਨਾਲ ਚਰਚਾ ਕੀਤੀ ਸ਼ਿਵਦੱਤ ਨੇ। ਸ਼ਿਵਦੱਤ ਨੇ ਜਦੋਂ ਚਰਚਾ ਕੀਤੀ ਨਾ, ਤਾਂ ਵੇਦਾਂ ਵਿੱਚੋਂ, ਸ਼ਾਸਤਰਾਂ ਵਿੱਚੋਂ, ਉਪਨਿਸ਼ਦਾਂ ਵਿੱਚੋਂ ਉਹ ਕੁੱਤੇ ਦੀ ਰੂਹ ਨੇ ਅਰਥ ਕਰਕੇ ਸੁਣਾਏ। ਜਦੋਂ ਸੁਣਾਏ ਨਾ, ਉਹ ਸ਼ਿਵਦੱਤ ਤੋਂ ਰਿਹਾ ਨਹੀਂ ਗਿਆ। ਉਹ ਕਹਿੰਦਾ ਕੁੱਤੇ ਮੈਂ ਤੈਨੂੰ ਇੱਕ ਗੱਲ ਪੁੱਛਦਾ ਵੀ ਤੂੰ ਮੈਨੂੰ ਦੱਸ ਕੌਣ ਹੈ? ਤੇ ਮਹਾਰਾਜ ਨੇ ਸਾਨੂੰ ਕਿਹਾ ਇਹ ਤੁਹਾਡਾ ਭਾਈਚਾਰਾ ਹੈ। ਤੂੰ ਕੁੱਤਾ, ਅਸੀਂ ਪੰਡਤ ਵਿਦਵਾਨ। ਕਿੱਥੇ ਕੁੱਤੇ ਦੀ ਜੂਨ, ਕਿਸੇ ਬੰਦੇ ਦੀ ਜੂਨ, ਸਾਡੇ ਨਾਲ ਤੂੰ ਕਿਵੇਂ ਰਲ ਗਿਆ? ਇਹਦੇ ਬਾਰੇ ਚਾਨਣਾ ਪਾ। ਕੁੱਤੇ ਦੀ ਰੂਹ ਵਿੱਚੋਂ ਆਵਾਜ਼ ਆਈ, ਓ ਸ਼ਿਵਦੱਤ ਮੈਂ ਤੇਰਾ ਦਾਦਾ ਵਿਸ਼ਨ ਦੱਤ, ਮੈਂ ਤੇਰਾ ਦਾਦਾ ਹਾਂ। ਇੱਕੇ ਦਮ ਸੁੰਨ ਹੋ ਗਿਆ। ਮਹਾਰਾਜ ਇਹ ਕੀ ਗੱਲ ਬਣ ਗਈ? ਦਾਦਾ ਜੀ ਤੁਸੀਂ ਦੱਸੋ ਕੁੱਤੇ ਦੀ ਜੂਨ ਵਿੱਚ ਕਿਉਂ ਪੈ ਗਏ ਤੁਸੀਂ? ਉਹ ਕਹਿੰਦਾ ਮੈਂ ਵੀ ਤੁਹਾਡੇ ਵਾਂਗ ਵਿਦਵਾਨ ਸੀ, ਪੰਡਤ ਸੀ। ਵਿਦਵਾਨ ਨਾ ਪੰਡਤ ਦਾ ਹੁੰਦਾ, ਪੰਡਤ ਨੂੰ ਵਿਦਵਾਨ ਕਹਿੰਦੇ ਆ। ਵਿਦਵਾਨ ਪੰਡਤ ਹੁੰਦਾ ਪਿਆਰਿਓ। ਪੰਡਤ ਨਾ ਕਿਸੇ ਭੇਖ ਦਾ ਨਹੀਂ ਹੈਗਾ, ਧਿਆਨ ਰੱਖਣਾ। ਉਹ ਕਹਿੰਦਾ ਮਹਾਰਾਜ ਸਤਿਕਾਰਯੋਗ ਦਾਦਾ ਜੀ ਵਿਸ਼ਨ ਦੱਤ ਜੀ ਦੱਸੋ ਕਿੱਥੇ ਕੁੱਤਾ ਕਿੱਥੇ ਪੰਡਤ? ਪਰ ਤੁਸੀਂ ਕੁੱਤੇ ਦੀ ਜੂਨ ਵਿੱਚ ਕਿਵੇਂ ਆ ਗਏ? ਵਿਸ਼ਨ ਦੱਤ ਕਹਿੰਦਾ ਉਹ ਪੋਤਰੇ ਸ਼ਿਵਦੱਤ
मैं भी तुहाडे वर्गा सी कदे कि मैं आए हुए बंदियां नूं अनपढ़ां नूं मैं बंदे नहीं समझदा सी। मैं कहंदा सी ये बंदे है कोई। प्यारिओ ध्यान रखना एक गल, विद्वान बनना सौखा है पर रब नाल जुड़ना बड़ा औखा है। चोला पाया, चोला पाउणा सौखा है, इहनूं निभाउणा बड़ा औखा है। प्यारे ताबे बैठना गुरु दे सौखा है पर इनू निभाउणा बड़ा औखा है। ध्यान रखना। दास कई बारी बेनती करदा हुंदा है ग्रंथी ਸਿੰਘਾਂ ਦੇ ਚਰਨਾਂ ਵਿੱਚ, प्यारिओ ਉਹ ਤੁਸੀਂ ਉਸ ਗੁਰੂ ਦੇ ਤਾਬੇ ਬੈਠੇ ਹੋ। ਕਿਹੜੇ ਗੁਰੂ ਦੇ? ਜਿਹੜੇ ਗੁਰੂ ਨੇ ਸਾਡੇ ਵਾਸਤੇ ਪਰਿਵਾਰ ਵਾਰਿਆ, ਜਿਹੜੇ ਗੁਰੂ ਨੇ ਸਾਡੇ ਵਾਸਤੇ ਲੱਖਾਂ ਕੁਰਬਾਨੀਆਂ ਕੀਤੀਆਂ। ਉਹ ਸਾਡੀ ਇੱਕ ਗਲਤੀ ਲੱਖਾਂ ਲੋਕਾਂ ਦੀ ਸ਼ਰਧਾ ਨੂੰ ਸੱਟ ਮਾਰਦੀ ਹੈ। ਥੋੜਾ ਜਿਹਾ ਦੇਖ ਕੇ ਚੱਲਿਆ ਕਰੋ ਗੁਰੂ ਦੇ ਤਾਬੇ ਬੈਠ ਕੇ। ਕਿਉਂ? क्योंकि प्यारे उदास बेनती करदा इत्थे भी साध संग जीओ कथा दे विच मैं एक बारी बेनती नहीं करदा हुंदा, बहुत बार कि सानू गुरु ने वो सत्कार दिता है, वो प्यार दिता है, वो पदार्थ दिते है, वो पहनण नूं दिता है जिहड़ा कदे आम बंदा नहीं पहनदा। ग्रंथी ਸਿੰਘਾਂ ਦੇ चरनां विच मैं बेनती करदा हुन्ना कि प्यारिओ सानू ਉਹ कपड़ा संगतां दिंदियां ने ਜਿਹੜਾ कपड़ा ਉਹਨਾਂ ਦੇ ਪੁੱਤ ने भी नहीं पा के देखिया हुंदा कदे। ध्यान दिता कदे? सानू ਉਹ पदार्थ बना के संगतां अगे रख दिंदियां ने ਜਿਹੜਾ ਉਹਨਾਂ ਦੇ कदे बच्चियां ने भी छकिया नहीं हुंदा। प्यारे पदार्थ बना के ना सब तो पहला अगला गुरु घर ले जाता है कि गुरु दे वजीर नूं देईए भाई। क्यों? एडा सत्कार क्यों? साडे विच कोई विशेषता नहीं, विशेषता कोई नहीं, एक कोई विशेषता है कि साडे उत्ते गुरु दा हथ है। इहदी देखभाल इहनूं संभाल के रखो प्यारे, इहनूं सांभ के रखना चाहिए। प्यार नाल सुनना बेनतियां प्यारिओ। शिवदत्त पंडित वो कहंदा महाराज कित्थे कुत्ता, तुसी कुत्ते दी जोन विच किवें पै गए? विशनदत्त कहंदे ओ पोतरे शिवदत्त मैं भी कदे बंदे नूं बंदा नहीं समझदा सी, बंदियां नूं पशु समझदा सी, बंदियां नूं पशु। अनपढ़ बंदे नूं तां बंदा समझदे ही नहीं सी। पर प्यारिओ पातशाह जी की गुरबाणी की कहती है? जो प्राणी गोबिंद ध्यावै पढ़िया अनपढ़िया परम गत पावै। पातशाह जी बड़ा प्यारा वचन करते हैं प्यारिओ। वो मालक दे दर ते तुहाडी BA MA नहीं देखी जानी, सतगुरां दे दर ते तू किन्नी सोहनी कथा करदा है, तू किन्ना सोहना बोलदा है, ये नहीं देखिया जाना। सिर्फ देखिया जाना है तो एक गल देखी जानी है, तू नाम किन्ना जपदा है, तू सेवा किन्नी करदा है, तू सिमरन किन्ना करदा है। एक ही गल देखी जानी है। जे विद्या देख दे अकाल पुरख वाहिगुरु परमात्मा तो शिवदत्त वर्गा कोई विद्वान दुनिया दे विच नहीं होया। विशनदत्त वर्गा पंडित विद्वान महान विद्वान नहीं होया। बड़े विद्वान सी प्यारे। सारे ग्रंथां नूं पढ़ना ते पढ़ के याद कर लेना कोई छोटी मोटी गल। पर प्यारिओ शिवदत्त नूं कहण लगा, विशनदत्त कहंदा ओ एक दिन कांसी दे विच कोई रब दा प्यारा आया ते मैं उन्होंने कहता कि मेरे नाल चर्चा कर, चर्चा विचार कर। कहंदा उन्हें मैनू कहा भी भाई मैं तो फकीर हाँ, मैं तो रब दा नाम जपण वाला, मैं चर्चा करन वाला नहीं हैगा, वाद विवाद विच पैण वाला नहीं हैगा। वो कहंदा
ਮੈਂ ਉਹਨੂੰ ਇੱਕ ਵਾਰੀ ਕਿਹਾ ਮੈਨੂੰ ਟਾਲਾ ਲਾਇਆ, 2 ਵਾਰੀ ਕਿਹਾ ਟਾਲਾ ਲਾਇਆ, 3 ਵਾਰੀ ਕਿਹਾ ਟਾਲਾ ਲਾਇਆ, ਪਰ ਜਦੋਂ ਮੈਂ ਨਾ ਹਟਿਆ ਤਾਂ ਸਾਹਮਣੇ ਕੁੱਤੇ ਭੌਂਕੀ ਜਾਂਦੇ ਸੀ। ਕੁੱਤੇ, ਉਹਨੇ ਕਹਿੰਦਾ ਉਹ ਕੁੱਤਿਆਂ ਵੱਲ ਦੇਖ ਕੇ ਮੇਰੇ ਵੱਲ ਇਸ਼ਾਰਾ ਕੀਤਾ, ਓ ਵਿਸ਼ਨ ਦੱਤ ਤੂੰ ਤਾਂ ਹੋ ਕੁੱਤਿਆਂ ਵਾਂਗ ਭੌਂਕੀ ਜਾਂਦਾ ਜਿਵੇਂ ਹੋ ਕੁੱਤੇ ਭੌਂਕਦੇ ਨੇ। ਤੇਰੇ ਵਿੱਚ ਤੇ ਕੁੱਤਿਆਂ ਵਿੱਚ ਕੋਈ ਫਰਕ ਨਹੀਂ ਹੈਗਾ, ਜਾਂ ਤੈਨੂੰ ਇਹੀ ਬਣਾਊਗਾ ਹੁਣ ਰੱਬ ਇਦੋਂ ਬਾਅਦ। ਬਣ ਗਿਆ। ਪਰ ਮੇਰਾ ਉਹ ਪੜ੍ਹੇ ਹੋਏ ਮਹਾਨ ਗ੍ਰੰਥ, ਜਿਹੜਾ ਮੈਂ ਮਾੜਾ ਮੋਟਾ ਕੋਈ ਨਾਮ ਜਪਿਆ ਸੀ, ਸਿਮਰਨ ਕੀਤਾ ਸੀ, ਉਹਦੀ ਕਿਰਪਾ ਨਾਲ ਮੈਨੂੰ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਹੋ ਰਹੀ ਹੈ। ਬਖਸ਼ਿਸ਼ ਕੀ? ਅੱਜ ਮੈਨੂੰ ਮਰੇ ਪਏ ਨੂੰ ਮੇਰੀ ਦੇਹ ਵਿੱਚ ਜਾਨ ਪਾ ਕੇ ਮੈਥੋਂ ਉਹ ਅਰਥ ਕਰਵਾਏ ਹੈ ਕਿਹੜੇ, ਜਿਹੜੇ ਹਰ ਇੱਕ ਵਿਦਵਾਨ ਵੀ ਨਹੀਂ ਕਰ ਸਕਦਾ। ਮੈਥੋਂ ਉਹ ਅਰਥ ਗੁਰੂ ਨਾਨਕ ਪਾਤਸ਼ਾਹ ਨੇ ਕਰਵਾਏ ਹਨ। ਅੱਜ ਮੈਂ ਸੱਚਖੰਡ ਵਾਸੀ ਹੋ ਗਿਆ, ਮੈਨੂੰ ਮੁਕਤੀ ਪ੍ਰਾਪਤ ਹੋ ਗਈ। ਸ਼ਿਵਦੱਤ ਨੂੰ ਕਹਿਣ ਲੱਗਾ, ਵਿਸ਼ਨਦੱਤ ਕਹਿੰਦਾ ਸ਼ਿਵਦੱਤ ਸਿੱਖਿਆ ਦੇਵਾਂ ਇੱਕ। ਕੀ ਮਹਾਰਾਜ ਦੱਸੋ? ਉਹ ਕਹਿੰਦਾ ਤੇਰੇ ਕਰਮ ਚੰਗੇ ਨੇ, ਤੇਰੀ ਨਗਰੀ ਵਿੱਚ ਤੇਰੇ ਕੋਲੇ ਤੇਰੇ ਆਸਣ ਤੇ ਗੁਰੂ ਨਾਨਕ ਆਏ ਨੇ, ਇਹਨਾਂ ਦੀ ਆਇਆ ਹੋਇਆਂ ਦੀ ਸੇਵਾ ਕਰ ਲੈ, ਤੈਨੂੰ ਤਾਰ ਦੇਵੇਗੀ। ਇਹਨਾਂ ਦੀ ਸੇਵਾ ਕਰ ਲੈ। ਸ਼ਿਵਦੱਤ, ਇਹਨਾਂ ਦੀ ਅੰਸ਼ ਵੰਸ਼ ਹਰੀ ਲਾਲ, ਕ੍ਰਿਸ਼ਨ ਲਾਲ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਤਾਂ ਉੱਥੋਂ ਉਪਦੇਸ਼ ਦਿੱਤਾ, ਸਹਿਸ ਕ੍ਰਿਤੀ ਉਚਾਰਨ ਕੀਤੀ ਪਾਤਸ਼ਾਹ ਜੀ ਨੇ। ਪਾਤਸ਼ਾਹ ਜੀ ਕਹਿੰਦੇ ਹਨ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਇੱਕ ਓੰਕਾਰ, ਇੱਕ ਓੰਕਾਰ, ਇੱਕ ਕਹੀਏ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਅਦੁੱਤੀ। ਓੰਕਾਰ ਉਹਦਾ ਪਸਾਰਾ। ਪਾਤਸ਼ਾਹ ਜੀ ਕਹਿੰਦੇ ਹਨ, ਸਤਿਨਾਮ ਭਾਈ ਉਹਦਾ ਨਾਮ ਸੱਚਾ ਹੈ। ਸਤਿਨਾਮ ਸਦੀਵੀ ਸੱਚ ਹੈ। ਸਤਿਨਾਮ ਕਰਤਾ ਪੁਰਖ, ਉਹ ਕਰਤਾ ਹੈ। 3 ਤਰ੍ਹਾਂ ਦੇ ਕਰਤੇ ਹਨ ਪਿਆਰਿਓ ਦੁਨੀਆ ਵਿੱਚ, ਜੱਗ ਵਿੱਚ। ਕਿਹੜੇ? ਸੁਨਿਆਰ ਸੋਨੇ ਦਾ ਕਰਤਾ ਹੈ, ਘੁਮਿਆਰ ਘੜੇ ਦਾ ਕਰਤਾ ਹੈ, ਲੋਹਾਰ ਲੋਹੇ ਦਾ ਕਰਤਾ ਹੈ। ਪਰ ਪਿਆਰਿਓ ਧਿਆਨ ਰੱਖਣਾ, ਘੁਮਿਆਰ ਘੜਾ ਬਣਾ ਦਿੰਦਾ ਪਰ ਘੜੇ ਵਿੱਚ ਆਪ ਨਹੀਂ ਹੁੰਦਾ। ਲੋਹਾਰ ਲੋਹੇ ਦੇ ਸੰਦ ਬਣਾ ਦਿੰਦਾ ਪਰ ਲੋਹੇ ਦੇ ਵਿੱਚ, ਸੰਦਾਂ ਦੇ ਵਿੱਚ ਆਪ ਨਹੀਂ ਹੁੰਦਾ। ਸੁਨਿਆਰ ਸੋਨੇ ਦੇ ਗਹਿਣੇ ਬਣਾ ਦਿੰਦਾ ਪਰ ਪਿਆਰਿਓ ਸੋਨੇ ਦੇ ਗਹਿਣਿਆਂ ਵਿੱਚ ਆਪ ਨਹੀਂ ਹੁੰਦਾ। ਪਰ ਮਾਲਕ ਵਾਹਿਗੁਰੂ ਪਰਮਾਤਮਾ ਇੱਕ ਏਦਾਂ ਦਾ ਕਰਤਾ ਹੈ। ਪਾਤਸ਼ਾਹ ਜੀ ਕਹਿੰਦੇ ਵਿੱਚ ਕਰਤਾ ਪੁਰਖ ਖਲੋਆ। ਭਾਈ ਉਹ ਅਕਾਲ ਪੁਰਖ ਮਾਲਕ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਉਹ ਵਿੱਚ ਆਪ ਖੜ ਗਿਆ। ਇਸੇ ਕਰਕੇ ਬਾਲ ਨਾ ਵਿੰਗਾ ਹੋਆ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਵਿੱਚ ਮਾਲਕ ਆਪ ਖੜ ਗਿਆ ਉਹਨਾਂ ਦਾ ਕਦੇ ਬਾਲ ਵਿੰਗਾ ਨਹੀਂ ਹੁੰਦਾ। ਤੇ ਉੱਥੇ ਉਚਾਰਨ ਕਰਦੇ ਹਨ, ਕਤੰਚ ਮਾਤਾ ਕਤੰਚ ਪਿਤਾ। ਹਰੀ ਲਾਲ ਕ੍ਰਿਸ਼ਨ ਲਾਲ ਨੂੰ ਸਿੱਖਿਆ ਦਿੰਦੇ ਹਨ। ਕਿਉਂਕਿ ਜਦੋਂ ਕੋਈ ਮੋਹ ਦੇ ਟੋਏ ਵਿੱਚ ਡਿੱਗ ਪਵੇ, ਮੋਹ ਬਹੁਤਾ ਕਰਨ ਲੱਗ ਜਾਵੇ, ਮੋਹ ਦੇ ਚੱਕਰਾਂ ਵਿੱਚ ਫਸ ਜਾਵੇ, ਤਾਂ ਫਿਰ ਇੱਕੋ ਇੱਕ ਸਾਨੂੰ ਗੁਰੂ ਹੈ ਜਿਹੜਾ ਕੱਢ ਦਿੰਦਾ। ਪਿਆਰਿਓ ਕੱਢ ਦਿੰਦਾ। ਕਤੰਚ ਮਾਤਾ ਪਾਤਸ਼ਾਹ ਜੀ ਕਹਿੰਦੇ ਉਹ ਕ੍ਰਿਸ਼ਨ ਲਾਲ ਹਰੀ ਲਾਲ ਤੇਰੇ ਮਾਤਾ ਪਿਤਾ ਕਤੰਚ ਕਦੋਂ ਨੇ? ਭਾਵ ਤੇਰੇ ਮਾਤਾ ਪਿਤਾ ਤੁਰ ਗਏ। ਕਤੰਚ ਮਾਤਾ ਭਾਵ ਤੇਰੀ ਮਾਤਾ ਕਿੰਨਾ ਕੁ ਚਿਰ ਹੈ ਜਿਹਨੇ ਤੈਨੂੰ ਜਨਮ ਦਿੱਤਾ। ਕਤੰਚ ਪਿਤਾ ਤੇਰਾ ਪਿਤਾ ਕਿੰਨਾ ਕੁ ਚਿਰ ਹੈ। ਕਿਉਂ?
क्योंकि प्यारिओ साडे दादे तुर गए, परदादे तुर गए, माता पिता तुर गए, वो असी भी तुर जाना है। कतंच माता कतंच बनता बनोत, विनोद सुत है। पातशाह जी कहते ये कौतक तमाशे सुत पुत्र आदक ये किन्ना क चिर हन, ये तुर गए हन, कईयां ने तुर जाना है। ये समझ आवण जावण एक खेल बनाया, आग्याकारी किन्नी माया। ये आउण जाण दा एक खेल मालक ने वाहिगुरु ने बनाया प्यारिओ। पर ध्यान रखना, पातशाह जी सिख दी जिंदगी दसदे हन। पातशाह कहंदे